गुड मॉर्निंग स्टूडेंट्स। ਆਪਾਂ ਅਜੇ ਪੀਰੀਓਡਿਕ ਟੇਬਲ ਦੀ ਸਟੱਡੀ ਜਿਹੜੀ ਸੀ ਕਰ ਰਹੇ ਸੀ ਔਰ ਬਹੁਤ ਇੰਪੋਰਟੈਂਟ ਟੌਪਿਕ ਚੱਲ ਰਿਹਾ ਸੀਗਾ ਕਿ ਬਲੌਕਸ ਦੇ ਵਿੱਚ ਅਸੀਂ ਪੀਰੀਓਡਿਕ ਟੇਬਲ ਨੂੰ ਡਿਵਾਈਡ ਕੀਤਾ ਹੋਇਆ। ਮੈਂ ਟਰਾਈ ਕੀਤੀ ਹੈ ਕਿ ਮੈਂ ਬਲੈਕ ਬੋਰਡ ਤੇ ਨਾ ਇੱਕ ਚਾਰਟ ਲਗਾਇਆ ਹੈ ਜਿਹਦੇ ਵਿੱਚ ਸਾਰਾ ਪੀਰੀਓਡਿਕ ਟੇਬਲ ਹੈ। ਤੁਸੀਂ ਇਹਨੂੰ ਦੇਖ ਕੇ ਜਿਹੜਾ ਹੈਗਾ ਜਲਦੀ ਸਮਝ ਜਾਓਗੇ। ਸੋ ਕੱਲ ਆਪਾਂ ਅਜੇ ਸਟਾਰਟ ਕੀਤਾ ਸੀ, ਮੈਂ ਕੱਲ ਕੱਲਾ ਤੁਹਾਨੂੰ ਇਸ ਬਲੌਕ ਬਾਰੇ ਦੱਸ ਕੇ ਗਈ ਸੀ। ਹੁਣ ਆਪਾਂ ਰਿਪੀਟ ਕਰਦੇ ਹਾਂ ਉਹ ਚੀਜ਼ ਨੂੰ ਜੋ ਅਸੀਂ ਕੱਲ ਪੜ੍ਹੀ ਔਰ ਅੱਜ ਅਸੀਂ ਚਾਰੇ ਬਲੌਕਸ ਦੀ ਸਟੱਡੀ ਕਰਾਂਗੇ। सब तो पहला पीरियोडिक टेबल तुहानू जे ग्रुप्स के पीरियड देखने आने चाहिए। हुण आ जिहड़ी लाइन्स हैगियां ना इन्हां नूं हॉरिजॉन्टल लाइन्स बोलदे आं आपां। 1 2 3 4 5 6 7 तुहानू इस तरह दीयां हॉरिजॉन्टल 7 लाइन्स नज़र आउणगीआं। ये 7 लाइन्स साडे बनणगे 7 पीरियड्स ऑफ पीरियोडिक टेबल। फिर तुसी वर्टिकल लाइन्स नोट करनी है इस तरीके दे नाल 1 2 3 4 सब डिवाइड होई हैं, लेकिन तुसी मेन नंबर नोट करी जाना 1 2 3 4 5 6 12 तक इत्थे आ गए 13 14 15 16 17 18। सो ये जिहड़ियां लाइन्स हैगियां अपने कोल हैगे ग्रुप्स। सब तो पहला पीरियड ते ग्रुप पता होने बहुत जरूरी है। पूरा पीरियोडिक टेबल अपना 7 पीरियड्स एंड 18 ग्रुप्स दे विच डिवाइड होया। ਹੁਣ ਜਦੋਂ ਵੀ ਕੋਈ ਪ੍ਰੋਪਰਟੀ ਪੜ੍ਹਨੀ ਹੈ ਤਾਂ ਇੱਕ ਵਾਰੀ ਸਾਨੂੰ ਪੀਰੀਅਡ ਵਾਈਜ਼ ਪੜ੍ਹਨੀ ਪੈਂਦੀ, ਫਿਰ ਗਰੁੱਪ ਵਾਈਜ਼ ਦੇਖਣਾ ਪੈਂਦਾ। ਸੋ ਦੋਨੋਂ ਲਾਈਨਸ ਤੁਹਾਨੂੰ ਕਲੀਅਰ ਹੋ ਜਾਣੀਆਂ ਚਾਹੀਦੀਆਂ। देयर आर 7 periods 1 2 3 4 5 6 7 7 periods and 18 groups in the periodic table. So vertical lines are known as groups and horizontal lines ਜਿਹੜੀਆਂ ਹੈਗੀਆਂ ਉਹਨੂੰ ਅਸੀਂ ਬੋਲਦੇ ਹਾਂ ਪੀਰੀਅਡ। ਸੋ ਇਹ ਕਲੀਅਰ ਹੋ ਜਾਣਾ ਚਾਹੀਦਾ, ਟੇਬਲ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਿਹਾ। उस तो बाद टेबल ਨੂੰ स्टडी ਕਰਨ ਲੱਗੇ ਆਪਾਂ ਨੂੰ ਬਲੌਕਸ ਬਣਾਉਣੇ ਪੈਂਦੇ ਟੇਬਲ ਦੇ ਕਿ ਆਪਣਾ ਟੇਬਲ ਜਿਹੜਾ ਹੈ 4 ਬਲੌਕਸ ਚ ਡਿਵਾਈਡ ਹੋ ਗਿਆ। फर्स्ट ब्लॉक है जिहड़ा आ है दो लाइन्स जिहड़ियां एस ब्लॉक एलिमेंट्स। ग्रुप नंबर 13 to 18 दीज आर पी ब्लॉक एलिमेंट्स। फिर ग्रुप नंबर 3 to 12 तक जिहड़ा अलग कलर नजर आ रहा है दीज आर डी ब्लॉक एलिमेंट्स। एंड लास्ट ते जिहड़ी बॉटम ते अपने कोल मैंबर्स निकाले हुए दो लाइन्स है दीज आर नोन एज एफ ब्लॉक एलिमेंट्स। ਹੁਣ ਇਹਨਾਂ ਐਲੀਮੈਂਟਸ ਦਾ ਨਾਮ ਆਪਾਂ ਕਿਹੜੇ ਆਧਾਰ ਤੇ ਰੱਖਿਆ ਰਾਜੇ? ਐਸ ਬਲੌਕ ਐਲੀਮੈਂਟ ਕਿਹਨਾਂ ਨੂੰ ਕਹਿੰਦੇ ਆ? ਜਿਨ੍ਹਾਂ ਵਿੱਚ ਲਾਸਟ ਇਲੈਕਟ੍ਰੋਨ ਐਸ ਸਬਸ਼ੈਲ ਚ ਐਂਟਰ ਕਰੇਗਾ। ਆਪਾਂ ਲਾਸਟ ਵਾਲਾ ਚੈੱਕ ਕਰਨਾ ਕਿ ਆਖਰੀ ਇਲੈਕਟ੍ਰੋਨ ਕਿਹੜੇ ਵਿੱਚ ਗਿਆ। ਜਿਨ੍ਹਾਂ ਚ ਐਸ ਚ ਗਿਆ ਉਹ ਐਸ ਬਲੌਕ ਐਲੀਮੈਂਟ, ਜਿਨ੍ਹਾਂ ਚ ਲਾਸਟ ਇਲੈਕਟ੍ਰੋਨ ਪੀ ਚ ਐਂਟਰ ਕਰ ਰਿਹਾ ਉਹ ਪੀ ਬਲੌਕ ਐਲੀਮੈਂਟਸ, ਜਿਨ੍ਹਾਂ ਚ ਲਾਸਟ ਇਲੈਕਟ੍ਰੋਨ ਡੀ ਦੇ ਵਿੱਚ ਐਂਟਰ ਕਰ ਰਿਹਾ ਉਹ ਡੀ ਬਲੌਕ ਐਲੀਮੈਂਟਸ, ਜਿਨ੍ਹਾਂ ਚ ਲਾਸਟ ਇਲੈਕਟ੍ਰੋਨ ਐਫ ਚ ਐਂਟਰ ਕਰ ਰਿਹਾ ਉਹ ਸਾਡੇ ਕੋਲ ਹੋਣਗੇ ਐਫ ਬਲੌਕ ਐਲੀਮੈਂਟਸ। ਹੁਣ ਮੈਂ ਐਲੀਮੈਂਟਸ ਦੀ ਗਿਣਤੀ ਵੀ ਦੱਸਦਾ, ਠੀਕ ਹੈ? ਪ੍ਰੋਪਰਟੀਜ਼ ਆਪਾਂ ਬਾਅਦ ਚੋਂ ਕਰਦੇ, ਪਹਿਲੇ ਬਲੌਕਸ ਦਾ ਤੁਹਾਨੂੰ ਸਾਰਾ ਕਲੀਅਰ ਹੋ ਜਾਵੇ। देखो पहली लाइन ਦੇ ਵਿੱਚ ਤੁਸੀਂ ਪਹਿਲੇ ਪੀਰੀਅਡਸ ਦੇਖੋ ਕਿੰਨੇ ਐਲੀਮੈਂਟਸ ਹੈ। ਇੱਕ ਹਾਈਡਰੋਜਨ ਹੈ, ਇੱਕ ਜਿਹੜੀ ਹੈ ਹੀਲੀਅਮ ਹੈ। ਓਨਲੀ 2 ਐਲੀਮੈਂਟਸ ਆਰ ਪ੍ਰੈਜ਼ੈਂਟ। ਉਹ ਮੈਂ ਤੁਹਾਨੂੰ ਦੱਸਿਆ ਸੀਗਾ ਅਗਰ n ਆਪਣੇ ਕੋਲ 1 ਹੋਏਗਾ ਉਹਦੇ ਵਿੱਚ ਆਪਣੇ ਕੋਲ ਸਿਰਫ ਇੱਕ ਆਰਬਿਟਲ ਹੋਏਗਾ ਕਿਉਂਕਿ n 0 ਹੋ ਜਾਏਗੀ, ਸਿੰਗਲ ਆਰਬਿਟਲ ਹੋਏਗਾ ਔਰ ਸਿੰਗਲ ਆਰਬਿਟਲ ਚ ਵੱਧ ਤੋਂ ਵੱਧ 2 ਇਲੈਕਟ੍ਰੋਨਸ ਰਹਿ ਸਕਦੇ ਆ, ਇੱਕ ਜਾਂ 2। ਇਸ ਲਈ ਐਲੀਮੈਂਟ ਵੀ ਕਿੰਨੇ ਹੋ ਜਾਣਗੇ? 2 ਹੋ ਜਾਣਗੇ। ਸੈਕਿੰਡ ਦੇ ਵਿੱਚ ਤੁਸੀਂ ਦੇਖੋ ਸੈਕਿੰਡ ਦੇ ਵਿੱਚ ਤੁਹਾਨੂੰ 8 ਐਲੀਮੈਂਟਸ ਨਜ਼ਰ ਆਣਗੇ। ਡੀ ਹੈ ਨਹੀਂ ਸਾਡੇ ਕੋਲ ਕਿਉਂਕਿ ਦੂਸਰੇ ਚ ਆਪਣੇ ਕੋਲ ਡੀ ਨਹੀਂ ਹੁੰਦਾ, ਇਹ ਚੇਤੇ ਰੱਖਣਾ ਰਜੇ। 1 ਦੇ ਵਿੱਚ ਆਪਣੇ ਕੋਲ ਕੱਲਾ ਐਸ ਹੁੰਦਾ, ਸੈਕਿੰਡ ਚ ਪਹਿਲੇ ਚੱਕਰ ਦੇ ਵਿੱਚ ਆਪਾਂ ਸਿਰਫ ਆ ਯਾਦ ਰੱਖਣਾ ਕਿ 1s ਹੁੰਦਾ। ਐਲ ਵੀ ਕੱਢਣ ਦੀ ਲੋੜ ਨਹੀਂ ਪੈਣੀ। n ਅਗਰ 2 ਹੋਵੇ ਆਪਣੇ ਕੋਲ 2s ਤੇ 2p ਹੋਣਗੇ ਤਾਂ ਉਹਦੇ ਵਿੱਚ ਆਪਾਂ ਕਿੰਨੇ ਇਲੈਕਟ੍ਰੋਨਸ ਫਿਲ ਕਰ ਸਕਦੇ ਹਾਂ? 8 ਕਰ ਸਕਦੇ ਹਾਂ। 2 एस ਚ चले गए, 6 पी ਚ चले गए, ਤੁਹਾਡੇ ਕੋਲ 8 ਬਣ ਜਾਣਗੇ ਔਰ ਤੁਹਾਨੂੰ ਇੱਥੇ 8 ਐਲੀਮੈਂਟਸ ਨਜ਼ਰ ਆਣਗੇ 1 2 3 4 5 6 7 8। ਐਸੇ ਤਰੀਕੇ ਤੁਸੀਂ ਥਰਡ ਲਾਈਨ ਸਟੱਡੀ ਕਰੋਗੇ। ਥਰਡ ਲਾਈਨ ਦੇ ਵਿੱਚ ਆਪਾਂ ਜਦੋਂ n 3 ਹੋਵੇ ਤਾਂ ਵੀ ਆਪਾਂ 2 ਹੀ ਸਬਸ਼ੈਲ ਭਰ ਸਕਦੇ ਹਾਂ, 3s ਤੇ 3p। ਚਾਹੇ 3 ਦੇ ਕੋਲ d ਹੁੰਦੀ ਹੈ ਲੇਕਿਨ ਉਹ ਫਿਲ ਨਹੀਂ ਹੁੰਦੀ, ਉਹ 4th ਚ ਫਿਲ ਹੋਏਗੀ। ਸੋ ਇੱਥੇ ਆਪਾਂ ਸਿਰਫ 2 ਹੀ ਸ਼ੋ ਕਰਨੇ ਆ। ਇੱਥੇ ਵੀ ਆਪਣੇ ਕੋਲ 8 ਐਲੀਮੈਂਟਸ ਨਜ਼ਰ ਆ ਰਿਹਾ, ਇੱਥੇ ਵੀ ਸਾਡੇ ਕੋਲ ਕਿੰਨੇ ਬਣ ਜਾਣਗੇ? 8 ਬਣ ਜਾਣਗੇ ਔਰ ਥਰਡ ਪੀਰੀਅਡ 'ਚ ਤੁਹਾਡੇ ਕੋਲ 8 ਐਲੀਮੈਂਟਸ ਨਜ਼ਰ ਆ ਰਹੇ ਆ। ਹੁਣ ਤੁਸੀਂ ਚੌਥੇ ਪੀਰੀਅਡ ਤੇ ਜਦੋਂ ਜਾਓਗੇ ਫੋਰਥ ਲਾਈਨ ਦੇ ਵਿੱਚ ਤੁਹਾਨੂੰ ਐਲੀਮੈਂਟ ਦੀ ਗਿਣਤੀ ਵੱਧ ਗਈ ਲੱਗਦੀ। 10 ਐਲੀਮੈਂਟ ਤੁਹਾਡੇ ਕੋਲ ਐਡ ਹੋ ਗਏ ਆ। 1 2 3 4 5 6 7 8 9 10। ਇਹ 10 ਐਲੀਮੈਂਟਸ ਡੀ ਬਲੌਕ ਐਲੀਮੈਂਟਸ ਐਡ ਹੋ ਗਏ ਆ। ਇਹਨਾਂ ਦੇ ਵਿੱਚ ਲਾਸਟ ਇਲੈਕਟ੍ਰੋਨ ਡੀ ਸਬਸ਼ੈਲ 'ਚ ਐਂਟਰ ਕਰੇਗਾ। ਸੋ n ਅਗਰ 4 ਹੋਏਗੀ ਰਾਜੇ 4 ਦੇ ਵਿੱਚ ਆਪਾਂ ਕੀ ਭਰ ਸਕਦੇ ਹਾਂ? 4 ਨੂੰ ਸਟਾਰਟ ਤਾਂ ਆਪਾਂ 4 ਤੋਂ ਹੀ ਕਰਨਾ ਹੁੰਦਾ ਹਮੇਸ਼ਾ। 4s ਤੋਂ, ਪੰਜਵਾਂ ਚੱਕਰ 5s ਤੋਂ ਸਟਾਰਟ ਹੋਏਗਾ, 6ਵਾਂ 6s ਤੋਂ, ਹਰ ਚੱਕਰ ਜਿਹੜਾ s ਤੋਂ ਸਟਾਰਟ ਕਰਨਾ। ਪਰ 4s ਤੋਂ ਬਾਅਦ 3 ਦੀ d ਪਈ ਹੁੰਦੀ ਹੈ ਭਰਨ ਵਾਸਤੇ ਤੇ ਨਾਲ 4p। ਆਹ ਫੀਲਿੰਗ ਚੱਲਦੀ ਹੈ ਕਿਉਂਕਿ ਐਂਡ 'ਚ ਆਪਣੇ ਕੋਲ p ਵਾਲੇ ਹੀ ਭਰਦੇ ਆ। ਤਾਂ ਟੋਟਲ ਇਲੈਕਟ੍ਰੋਨਸ ਦੀ ਗਿਣਤੀ ਆਪਣੇ ਕੋਲ 18 ਆ ਜਾਣੀ ਹੈ। 2 ਇੱਥੇ डी ਦੇ ਵਿੱਚ ਤੁਸੀਂ ਵੱਧ ਤੋਂ ਵੱਧ 10 ਭਰੋਗੇ, ਪੀ ਦੇ ਵਿੱਚ 6 ਭਰੋਗੇ ਤਾਂ 18 ਐਲੀਮੈਂਟਸ ਆ ਜਾਣਗੇ। ਸੋ ਕੁੱਲ ਮਿਲਾ ਕੇ ਆਪਣੇ ਕੋਲ 4th ਪੀਰੀਅਡ ਦੇ ਵਿੱਚ ਕਿੰਨੇ ਨਜ਼ਰ ਆ ਰਿਹਾ? 18 ਐਲੀਮੈਂਟਸ ਨਜ਼ਰ ਆ ਰਿਹਾ।
ਐਸੇ ਤਰ੍ਹਾਂ ਤੁਸੀਂ 5th ਪੀਰੀਅਡ 'ਚ ਪਹੁੰਚ ਜਾਓ। ਜਦੋਂ 5th 'ਚ ਭਰੋਗੇ ਇੱਕ 5s ਭਰੂਗੀ, 4 ਦੀ D ਭਰੂਗੀ ਤੇ 5 ਦੀ P। ਇਹਦੇ 'ਚ ਦੁਬਾਰਾ ਫਿਰ ਕਿੰਨੇ ਐਲੀਮੈਂਟਸ ਨਜ਼ਰ ਆਣਗੇ? 18 ਨਜ਼ਰ ਆ ਰਹੇ ਆ। ਸੋ 5ਵੀਂ ਲਾਈਨ ਸਟੱਡੀ ਕਰਕੇ ਦੇਖੋ ਤੁਹਾਡੇ ਕੋਲ 18 ਐਲੀਮੈਂਟਸ ਹੋਣਗੇ। ਹੁਣ 6ਵੀਂ ਤੇ 7ਵੀਂ ਦੇ ਵਿੱਚੋਂ ਕੁਝ ਮੈਂਬਰਸ ਦੇਖੋ ਇੱਥੋਂ ਨਿਕਾਲ ਲਏ ਆ। ਇੱਥੋਂ ਲੈਂਥੀਨਮ 57 ਤੋਂ ਲੈ ਕੇ ਲਿਊਟੀਡੀਅਮ 71 ਤੱਕ ਬਾਹਰ ਆ ਗਿਆ। ਅਗਲੀ ਲਾਈਨ ਦੇ ਵਿੱਚ ਐਕਟੀਨੀਅਮ ਤੋਂ ਲੈ ਕੇ ਲੋਰੈਂਸ਼ੀਅਮ ਤੱਕ ਐਲੀਮੈਂਟਸ ਬਾਹਰ ਨਿਕਲ ਗਏ ਆ। ਇਹ 14 ਐਲੀਮੈਂਟਸ ਬਾਹਰ ਆਏ ਆ। 14 अगर असीं काउंटिंग करांगे 1 2 3 4 5 6 7 8 9 10 11 12 13 14 15 नज़र आते हैं। पर जो लेंथेनम 57 ते एक्टिनियम 89 है सिर्फ लाइन को स्टार्ट करने लिए दिता गया, क्योंकि इन्हां दे गुण थोड़े जे एफ ब्लॉक नाल मैच करते सी, जबकि इन्हां दी एफ नहीं फिल हो रही। ये एफ ब्लॉक के एलीमेंट्स सिर्फ तां गिने गए आ क्योंकि एफ की सीरीज़ इन्हां तो बाद स्टार्ट होंदी है, जिहदे करके इन्हां दे गुण भी एफ वाले थोड़े मैच कर जाते हैं। सो लेंथेनम तो स्टार्ट करांगे और ल्यूटीडियम तक ले जावांगे, एक्टीनियम तो लोरेंशियम, जबकि आप इत्थे लेंथेनम ते एक्टीनियम की जगह जिहड़ी है वो रखी हुई है, यानी काउंटिंग इन्हां दी इत्थे होनी है। आ 14 एलीमेंट्स ही गिन होने आ, 15वां एलीमेंट साडा जिहड़ा सी इत्थों लिआंदा सी बाहर, सिर्फ शो करन लई कि इहदी गुण जिहड़े मैच करदे आ। अदरवाइज ये एफ दे एलीमेंट नहीं होणगे, 14 ही मिलणगे। हुण 14 पता क्यों कड्डे आ? एफ च वध तो वध किन्ने इलैक्ट्रॉन्स पा सकदे आ आपां? 7 ऑर्बिटल है तो 14। ये गिणती ना भुल्लिओ, एस च 2, पी च 6, डी च 10, एफ च 14। हुण तुसीं 6वें पीरियड ते पहुंच गए। जदों तुसीं एन 6 आ गई, तुहाडे कोल आह वाली लाइन आ जांदी है। इहदे च एलीमेंट की गिनती होर भी ज़्यादा वध गई है, क्योंकि इत्थे जाके आपां 6 दा एस भरांगे, उस तो बाद 4 दी एफ नूं पहलां फिल करांगे। जदों 4 दी एफ फिल करोगे तो 14 एलीमेंट तो इत्थे फिल हो जाने तुहाडे इलैक्ट्रॉन्स, है ना। 4 दी एफ हो जाएगी, 6वें दी नाल तुसीं फिर 5वें दी डी भी फिल करोगे, 6वें दी पी भी फिल करोगे। हुण टोटल गिनो, 2 एस च, 14 एफ च, 10 डी च, 6 पी च तक कितने एलीमेंट्स नजर आएंगे? 32। इसी तरह n = 7 दे वेले भी तुहानू 7 एस होएगी। उस तो बाद तुसी 5 दी एफ भरोगे, 6 दी डी भरोगे, 7 दी पी, तो इहदे विच भी कितने एलीमेंट्स नजर आएंगे? 32। हुण जिहड़े 4f ते 5f वाले आ नीचे निकाल ले गए आ। आ 4f सीरीज है, आ 5f वाली है, एच 4f की फिलिंग होएगी, एच 5f की होएगी। सो इस तरीके दे नाल अपने कोल पहलां तां एलीमेंट्स की गिनती क्लीयर हो जाती रहे कि किन्ने किन्ने एलीमेंट्स पीरियोडिक टेबल च मौजूद है। फिर मैं टेबल जिहड़ा ना उतार देना, तुसीं एक बारी पहलां सारा ये स्टडी कर लो कि तुहानूं इहदी नॉलेज हो जाए, कि देख के आपनूं टेबल तो पता लग जाए कि असीं की स्टडी करना। हुण कोई भी गुण पढ़ना होवे असीं दो तरह मूव करांगे, वन फ्रॉम लैफ्ट टू राइट एंड सैकेंड फ्रॉम टॉप टू बॉटम। सो दो तुहानूं वेरिएशन करनी आनी चाहिए है। कोई भी प्रॉपर्टी स्टडी करनी है, इधरों भी प्रॉपर्टी पढ़ी जा सकती है और ऊपर तो नीचे आते असीं एक ग्रुप के विच भी प्रॉपर्टी की स्टडी कर सकते हैं। हुण दूजी गल याद रखनी है कि फर्स्ट लाइन के सारे मैंबरस के बाहर एक इलैक्ट्रॉन होएगा, सैकेंड लाइन के सारे मैंबरस के बाहर 2 इलैक्ट्रॉन्स है। उस तो बाद असीं 13वें ग्रुप पर आ जाते हैं, क्योंकि एस ते पी नूं इकट्ठे स्टडी करीदा, डी जिहड़ा है असीं स्किप करके अलग तो पढ़ते हैं, क्योंकि एस तो बाद पी जिहड़ा हैगा, पी की रेगुलरिटी आती है, विच डी आ जाती है, तो इस करके एस तो बाद सीधा तुसीं जदों स्टडी करना ना ईजी मैथड बनाउण लई, तो सीधा एस तो डायरैक्ट आपां पहलां पी ग्रुप कोल जावांगे। पी के हिसाब से साडी गिनती सही रहूगी, क्योंकि ए लाइन वाले मैंबर्स कोल 1 इलैक्ट्रॉन है, इन्हां कोल 2 है बाहर, इन्हां दे कोल तुहानूं 3 मिलणगे, इन्हां दे कोल 4 मिलणगे, इन्हां दे बाहर 5 मिलणगे, इन्हां दे बाहर 6 मिलणगे, इन्हां दे बाहर 7 मिलणगे, इन्हां दे बाहर 8 पूरे मिलणगे। और ये लाइन कादी बन जाएगी? नोबल गैसेस दी। कल भी मैं दस्सिया सी हीलियम का एटॉमिक नंबर 2 आ, क्योंकि उन्होंने भी नोबल गैस च रख लिया, क्योंकि 1s दे विच 2 ही आ सकते इलैक्ट्रॉन दे फिल आ, पी उहदे को हुंदा नहीं, इट मीनस ये भी नोबल गैस आ। सो आ लास्ट लाइन के मैंबरस नोबल गैस एलीमेंट्स की तरह शो होणगे, जिन्हां दा ऑक्टेट कंप्लीट और जिहड़ी स्टेबल आ, जिहड़े रिएक्टिव नहीं हैगे। दूसरी गल, जदों असीं टेबल स्टडी करना ध्यान रखना कि मोरलियां लाइनां साडे कोल मैटल्स दियां आ, पिछे पिछे जांदे नॉन मैटल्स बननियां शुरू हो जांदियां, विच जिहड़ा है तुहाडे कोल ज़्यादातर मैटल प्लस नॉन मैटल का मिक्सचर मिलेगा, जिन्होंं असीं मैटालॉइड कहने हैं, यानी ना धात ना अधात उपधात, यानी मिक्सचर मिलणगे। ठीक है, आ जिहड़े एलीमेंट ज़्यादातर तुहानूं मिलणगे रेडियो एक्टिव एलीमेंट्स मिलणगे, जिहड़े अपने विचों रेज एमिट करते हैं। सो सारिਆਂ ਦੇ एलीमेंट्स के गुण ਵੱਖਰੇ ਵੱਖਰੇ होणगे। ਹੁਣ प्रॉपर्टी जो स्टडी करांगे फिर असीं कल्ली कल्ली देखांगे। फिलहाल मैं तुहानूं एक चीज़ नोट करने लई कल भी कहा सी कि साइज़ याद रखो। साइज़ जिहड़ा हैगा ना, जदों तुसीं लैफ्ट टू राइट मूव करोगे साइज़ घटदा जांदा, बस ये चेते रखना। प्रॉपर्टी नूं ऊपर तो नीचे कितना चेंज होता है बाद च दसना है। पहला आपां ये याद रखना कि पूरा टेबल जो असीं देखिया तो सानूं ये पता लग जाए कि सब तो वड्डे एलीमेंट्स किहड़ी साइड ते पए आ।
ਤਾਂ ਸਾਈਜ਼ ਦੇ ਵਿੱਚ ਲਾਰਜੈਸਟ ਐਲੀਮੈਂਟਸ ਤੁਹਾਨੂੰ ਅੱਗੇ ਮਿਲਣਗੇ, ਉਸ ਤੋਂ ਬਾਅਦ ਸਾਈਜ਼ ਜਿਹੜਾ ਉਹ ਡਿਕਰੀਜ਼ ਹੁੰਦਾ ਜਾ ਰਿਹਾ। ਕੀ ਰੀਜ਼ਨ ਆ ਇਹ ਬਾਅਦ ਚ ਐਕਸਪਲੇਨ ਕਰਨਾ, ਠੀਕ ਹੈ। ਸੋ ਇੱਥੇ ਕਲੀਅਰ ਹੋ ਗਿਆ। ਤਾਂ ਸਾਨੂੰ ਪਤਾ ਲੱਗ ਗਿਆ ਕਿ ਸਾਡੀਆਂ ਜਿਹੜੀਆਂ ਐਸ ਬਲੌਕ ਐਲੀਮੈਂਟ ਹੈ ਉਹ ਸਾਈਜ਼ 'ਚ ਸਭ ਤੋਂ ਬੜੇ ਆ, ਜਿਹਦੇ ਕਰਕੇ ਕੱਲ ਮੈਂ ਉਹਨਾਂ ਦੇ ਗੁਣ ਦੱਸੇ ਸੀ ਵੀ ਜਿੰਨਾ ਵੱਡਾ ਸਾਈਜ਼ ਹੋਵੇ ਉਨੀ ਚੀਜ਼ ਜਿਹੜੀ ਹੈ ਸੌਫਟ ਨੇਚਰ ਦੀ ਬਣ ਜਾਂਦੀ ਹੈ। ਔਰ ਮੈਟਲਸ ਹੈ, ਮੈਟਲਸ ਵੈਸੇ ਵੀ ਸੋਲਿਡ ਰੂਪ 'ਚ ਹੁੰਦੀਆਂ ਆਪਣੇ ਕੋਲ, ਲੇਕਿਨ ਇੱਕ ਮੈਟਲ ਵੀ ਇੱਦਾਂ ਦੀ ਹੁੰਦੀ ਹੈ ਜਿਹੜੀ ਆਪਣੇ ਕੋਲ ਜਿਹੜੀ ਹੈ ਲਿਕੁਇਡ ਫਾਰਮ 'ਚ ਹੁੰਦੀ ਹੈ, ਦੈਟ ਇਜ਼ ਮਰਕਰੀ। ਉਹਦੀ ਐਗਜ਼ਾਮਪਲ ਵੀ ਆਪਾਂ ਨੂੰ ਸੈਪਰੇਟਲੀ ਯਾਦ ਰੱਖਣੀ ਚਾਹੀਦੀ ਹੈ। ਇੱਕ ਨਾਨ ਮੈਟਲ ਵੀ ਹੁੰਦੀ ਆ ਜਿਹੜੀ ਲਿਕੁਇਡ ਫਾਰਮ 'ਚ ਮਿਲਦੀ ਹੈ, ਦੈਟ ਇਜ਼ ਬ੍ਰੋਮੀਨ। ਸੋ ਇਹ ਦੋ ਕੁਐਸਚਨਸ ਤੁਸੀਂ ਅਲੱਗ ਤੋਂ ਨੋਟ ਰੱਖਿਓ ਕਿ ਨੇਮ ਵਨ ਮੈਟਲ which exist in liquid state, that is mercury. Name of one non-metal that exist in liquid state, that is bromine. So metal ਤੇ non metal ਦਾ ਜਿਹੜਾ ਮੈਂ ਦੱਸ ਰਹੀ ਹਾਂ ਕਿ ਇੱਧਰ metallic character ਹੈ, ਇੱਧਰ non metals ਹੈ, ਕੀ ਫਰਕ ਹੈਗਾ ਰਾਜੇ। metals ਦੀ ਜਿਹੜੀ ਕੁਆਲਿਟੀ ਹੈ that is metals ਉਹਨਾਂ ਨੂੰ ਕਿਹਾ ਜਾਂਦਾ ਜਿਹੜੀਆਂ ਇਲੈਕਟ੍ਰੋਨਸ ਲੂਜ਼ ਕਰਦੀਆਂ, ਔਰ ਨॉन ਮੈਟਲਸ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਇਲੈਕਟ੍ਰੋਨ ਗੇਨ ਕਰਦੇ ਆ। ਔਰ ਮੈਂ ਤੁਹਾਨੂੰ ਦੱਸਿਆ ਸੀਗਾ ਇੱਧਰ ਲੂਜ਼ ਕਰਨ ਦੀ ਤਾਕਤ ਹੈ, ਹੌਲੀ ਹੌਲੀ ਉਹ ਗੇਨ 'ਚ ਕਨਵਰਟ ਹੋ ਰਹੀ ਹੈ। ਇੱਕ ਵਾਰ ਫਿਰ ਤੋਂ ਦੇਖੋ ਕਿੱਦਾਂ। ਹੁਣ ਫਸਟ ਲਾਈਨ ਦੇ ਕੋਲ ਸਿੰਗਲ ਇਲੈਕਟ੍ਰੋਨ ਬਾਹਰ ਹੈ ਤਾਂ ਇੱਕ ਇਲੈਕਟ੍ਰੋਨ ਛੋੜਨ ਨੂੰ ਤਿਆਰ ਹੋਏਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਹਰ ਕੋਈ ਸਟੇਬਲ ਹੋਣਾ ਚਾਹੁੰਦਾ, ਆਪਣਾ ਬਾਹਰਲਾ ਚੱਕਰ ਪੂਰਾ ਕਰਨਾ ਚਾਹੁੰਦਾ, ਆਕਟੇਟ ਪੂਰਾ ਕਰਨਾ ਚਾਹੁੰਦਾ। ਹੁਣ ਕਰੇਗਾ ਕਿੱਦਾਂ? ਕਰੇਗਾ ਇੱਦਾਂ ਵੀ 8 ਪੂਰੇ ਕਰਨੇ ਪੈਣਗੇ ਉਹਨੂੰ ਆਕਟੇਟ ਪੂਰਾ ਕਰਨ ਲਈ। ਹੁਣ 8 ਪੂਰੇ ਕਰਨ ਵਾਸਤੇ ਉਹ ਕੋਸ਼ਿਸ਼ ਕੀ ਕਰੂਗਾ ਵੀ ਜਾਂ ਇਲੈਕਟ੍ਰੋਨ ਲਵੇ ਤੇ ਜਾਂ ਇਲੈਕਟ੍ਰੋਨ ਦਵੇ। ਹੁਣ ਜਿਹਦੇ ਬਾਰੇ ਹੈ ਹੀ ਸਿੰਗਲ ਇਲੈਕਟ੍ਰੋਨ ਆ ਉਹ 8 ਬਣਾਉਣ ਵਾਸਤੇ 7 ਨਹੀਂ ਨਾ ਹੋਰ ਲੈ ਪਾਏਗਾ, ਨੋ ਨੈਵਰ ਪੋਸੀਬਲ ਹੀ ਹੈ ਨਹੀਂਗਾ। ਬੈਟਰ ਇਹ ਹੈ ਕਿ ਉਹ ਇੱਕ ਵੀ ਛੱਡ ਦੇਵੇ। ਸੋ ਇੱਥੇ ਇਹ ਅੱਛੀ ਮੈਟਲਸ ਦੀ ਲਾਈਨ ਗਿਣੀ ਜਾਏਗੀ ਜਿਹੜੀ ਇਲੈਕਟ੍ਰੋਨ ਕੀ ਕਰੇਗੀ, ਲੂਜ਼ ਕਰੇਗੀ। ਸੈਕਿੰਡ ਲਾਈਨ ਦੇ ਕੋਲ ਦੋ ਇਲੈਕਟ੍ਰੋਨਸ ਬਾਹਰ ਹੋਣਗੇ ਔਰ ਇਹ ਵੀ ਇਹੀ ਕੋਸ਼ਿਸ਼ ਕਰਨਗੇ ਕਿ 6 ਲੈਣੇ ਔਖੇ ਆ, 2 ਛੋੜਨੇ ਸੌਖੇ ਆ। ਇਹ ਵੀ ਤੁਹਾਡੀ ਲੂਜ਼ ਵਾਲਾ ਕਰੈਕਟਰ ਸ਼ੋ ਕਰੇਗੀ। ਸੋ ਇਹ ਵੀ ਅੱਛੀ ਮੈਟਲਸ ਦੀ ਲਾਈਨ ਹੋਏਗੀ। ਇਸ ਤੋਂ ਬਾਅਦ ਇਹਨੂੰ ਛੋੜ ਕੇ ਤੁਸੀਂ ਸਿੱਧਾ ਪੀ ਸਟੱਡੀ ਕਰਨੀ ਹੈ ਤਾਂ ਕਿ ਸਟੱਡੀ ਈਜ਼ੀ ਰਹੇ। ਜੇ ਅਸੀਂ ਇਹਨੂੰ ਮਿਕਸ ਕਰ ਦਾਂਗੇ ਨਾ ਫਿਰ ਸਾਨੂੰ ਕਲੈਰਿਟੀ ਨਹੀਂ ਹੋਣੀ ਵੀ ਪ੍ਰੋਪਰਟੀ ਕਿੱਦਾਂ ਚੇਂਜ ਹੋ ਰਹੀ ਹੈ। ਫਿਰ ਅਸੀਂ ਜਦੋਂ ਪੀ ਤੇ ਪਹੁੰਚਦੇ ਹਾਂ 13ਵੇਂ ਗਰੁੱਪ ਦਾ ਮਤਲਬ ਤੁਸੀਂ 3 ਇਲੈਕਟ੍ਰੋਨਸ ਬਾਹਰ ਗਿਣਨੇ ਆ। ਆਹ 10 ਨੂੰ ਅਸੀਂ ਸਕਿਪ ਕਰ ਰਹੇ ਹਾਂ ਜਾਂ ਨੰਬਰ 13 ਲਿਖਿਆ ਹੋਊਗਾ ਲੇਕਿਨ ਸਾਰਿਆਂ ਦੇ ਬਾਹਰ 3-3 ਇਲੈਕਟ੍ਰੋਨ ਹੋਣਗੇ। ਫੋਰ ਐਗਜ਼ਾਮਪਲ ਬੋਰੋਨ ਐਟੋਮਿਕ ਨੰਬਰ 5 ਆ, ਪਹਿਲੇ ਚੱਕਰ 'ਚ 2, ਦੂਸਰੇ 'ਚ ਕਿੰਨੇ ਆਣਗੇ 3। ਸੋ ਇਹ ਸਾਰੇ ਮੈਂਬਰਸ ਕੋਲ 3-3 ਇਲੈਕਟ੍ਰੋਨ ਆ। ਹੁਣ 3 ਵਾਲੇ ਨੂੰ 8 ਪੂਰੇ ਕਰਨ ਲਈ ਜਾਂ ਤਾਂ 5 ਲੈ ਲਵੇ ਹੋਰ ਜਾਂ 3 ਛੋੜ ਦੇਵੇ। ਵੈਸੇ 3 ਛੋੜਨੇ ਵੀ ਔਖੇ ਹੋ ਜਾਣਗੇ। ਸੋ ਇੱਥੇ ਜਾ ਕੇ ਕਰੈਕਟਰ 'ਚ ਥੋੜੀ ਜਿਹੀ ਚੇਂਜ ਆਣੀ ਸਟਾਰਟ ਹੋ ਜਾਂਦੀ ਹੈ। ਫਿਰ ਵੀ ਇਹ ਟਰਾਈ ਕਰਨਗੇ ਕਿ 3 ਛੱਡਣੇ ਜਿਹੜੇ ਆ ਅਗਰ ਹੋ ਸਕੇ ਤਾਂ 3 ਲੂਜ਼ ਹੋ ਜਾਣ। ਜਦੋਂ ਅਸੀਂ 14ਵੇਂ ਗਰੁੱਪ ਕੋਲ ਪਹੁੰਚਦੇ ਹਾਂ ਇਹਨਾਂ ਦੇ ਕੋਲ 4-4 ਇਲੈਕਟ੍ਰੋਨਸ ਬਾਹਰ ਆ ਜਾਂਦੇ ਆ। ਹੁਣ ਇਹ ਮੈਂਬਰਸ ਨੂੰ 8 ਪੂਰੇ ਕਰਨ ਲਈ ਦੋਨੋਂ ਕੰਮ ਸੇਮ ਲੈਵਲ ਦੇ ਹੋ ਜਾਂਦੇ ਆ, ਜਾਂ ਤਾਂ 4 ਗੇਨ ਕਰ ਲੈਣ ਜਾਂ 4 ਲਾਸ ਕਰ ਲੈਣ, ਪਰ ਦੋਨੋਂ ਕੰਮ ਡਿਫਿਕਲਟ ਹੈ। ਇਹ ਵਾਲੇ ਮੈਂਬਰ ਟਰਾਈ ਕਰਨਗੇ ਕਿ ਅਸੀਂ ਲਾਸ ਤੇ ਗੇਨ ਦੇ ਚੱਕਰ 'ਚ ਨਹੀਂ ਪੈਣਾ। ਇਹ ਇੱਕ ਇੱਦਾਂ ਦੀ ਲਾਈਨ ਬਣੂਗੀ ਜਿਹੜੀ ਸ਼ੇਅਰਿੰਗ ਪਸੰਦ ਕਰੂਗੀ ਕਿ ਬਰਾਬਰ ਦੀ ਸਾਂਝੇਦਾਰੀ ਕਰਨ ਦੀ ਟਰਾਈ ਕੀਤੀ ਜਾਏਗੀ। ਇਸ ਲਈ ਇੱਥੇ ਜਾ ਕੇ ਆਪਣੇ ਕੋਲ ਜਿਹੜਾ ਕਰੈਕਟਰ ਚੇਂਜ ਹੋ ਜਾਏਗਾ। ਆਪਣੇ ਕੋਲ ਹੁਣ ਆਪਣਾ ਲਾਸ ਵਾਲੀ ਸਾਈਡ ਖਤਮ ਹੋ ਜਾਏਗੀ। ਅੱਗੇ ਜਾ ਕੇ ਗੇਨ ਸਟਾਰਟ ਹੋ ਗਿਆ ਰਾਜੇ। 15ਵੇਂ ਗਰੁੱਪ ਦੇ ਮੈਂਬਰਸ ਦੇ ਬਾਹਰ 5-5 ਇਲੈਕਟ੍ਰੋਨਸ ਹੋਣਗੇ। ਤੁਸੀਂ ਇਹਨੂੰ ਕੱਲੇ-ਕੱਲੇ ਦੇ ਕਨਫੀਗਰੇਸ਼ਨ ਲਿਖ ਕੇ ਚੈੱਕ ਵੀ ਕਰ ਸਕਦੇ ਆ। ਹੁਣ ਅਗਰ 5 ਰਾਜੇ ਬਾਹਰ ਆ ਜਾਂਦੇ ਆ ਤਾਂ 5 ਵਾਲੇ ਨੇ ਹੈ ਕਿ 8 ਪੂਰੇ ਕਰਨ ਲਈ 3 ਲੈਣੇ ਪੈਣਗੇ ਤਾਂ ਉਹ ਈਜ਼ੀ ਰਹੇਗਾ, ਜਾਂ 5 ਛੋੜ ਦੇਵੇ। ਫਿਰ 5 ਛੋੜਨ ਦੀ ਬਜਾਏ ਇੱਥੇ ਗੇਨ ਸਟਾਰਟ ਹੋਏਗਾ। ਇੱਥੋਂ ਦੇ ਮੈਂਬਰ ਗੇਨ ਕਰਨਾ ਸ਼ੁਰੂ ਕਰਨਗੇ ਔਰ ਨॉन ਮੈਟਲਸ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ। ਫਿਰ 16ਵੇਂ ਗਰੁੱਪ ਦੇ ਮੈਂਬਰ ਆ ਜਾਣਗੇ, ਉਹਨਾਂ ਦੇ ਬਾਹਰ 6-6 ਆ, ਉਹਨਾਂ ਨੂੰ ਸਿਰਫ 2 ਹੀ ਚਾਹੀਦੇ ਆ ਤਾਂ ਉਹ ਗੇਨ ਕਰਨਗੇ। ਇਹਨਾਂ ਦੀ ਪਾਵਰ ਗੇਨ ਦੀ ਹੁਣ ਵੱਧਦੀ ਜਾ ਰਹੀ ਹੈ। ਇਸੇ ਤਰ੍ਹਾਂ 17ਵੇਂ ਗਰੁੱਪ ਦੀ ਸਭ ਤੋਂ ਮੈਕਸਿਮਮ ਪਾਵਰ ਆ ਕਿਉਂਕਿ ਇਹਦੇ ਬਾਹਰ 7 ਇਲੈਕਟ੍ਰੋਨ ਨੂੰ ਸਿਰਫ ਇੱਕੋ ਹੀ ਚਾਹੀਦਾ ਆ। ਸੋ ਇਹ ਜਿਹੜਾ ਮੈਕਸਿਮਮ ਗੇਨ ਵਾਲਾ ਮੈਂਬਰ ਹੈ। 18ਵਾਂ ਜਿਹੜਾ ਨਿਸ਼ਚਿੰਤਾ ਸਟੇਬਲ ਆ, ਇਹਨੂੰ ਕੋਈ ਲਾਸ ਜਾਂ ਗੇਨ ਨਾਲ ਸੰਬੰਧ ਨਹੀਂ ਹੈਗਾ। ਸੋ ਅਸੀਂ ਦੇਖਿਆ ਕਿ ਮੈਟੈਲਿਕ ਤੇ ਨॉन ਮੈਟੈਲਿਕ ਕਰੈਕਟਰ ਪੀਰੀਅਡ 'ਚ ਕਿਸ ਤਰ੍ਹਾਂ ਚੇਂਜ ਹੁੰਦੇ ਜਾ ਰਹੇ ਆ, ਲਾਸ ਤੋਂ ਗੇਨ ਵੱਲ ਕਨਵਰਟ ਹੋ ਗਏ ਆ। ਸੋ ਇਸ ਤਰ੍ਹਾਂ ਅਸੀਂ ਹਰ ਪ੍ਰੋਪਰਟੀ ਚੈੱਕ ਕਰਾਂਗੇ। ਇਹ ਤਾਂ ਮੈਂ ਤੁਹਾਨੂੰ ਸਿਰਫ ਇੱਕ ਐਗਜ਼ਾਮਪਲ ਹੀ ਤੁਹਾਨੂੰ ਦੱਸੀ ਹੈ। ਸੋ ਸਭ ਤੋਂ ਪਹਿਲਾਂ ਹੁਣ ਆਪਾਂ ਬਲੌਕ ਵਾਈਜ਼ ਚੱਲੀਏ ਤਾਂ ਆਪਾਂ ਇਕੱਲੇ ਬਲੌਕ ਦੇ ਜਿਹੜੇ ਆ ਨਾ ਨਾਲ ਕਰੈਕਟਰਸ ਕਰ ਲਈਏ ਕਿ ਕੀ ਗੁਣ ਹੋਣਗੇ, ਕਿਉਂਕਿ ਟੇਬਲ ਤੋਂ ਤੁਹਾਨੂੰ ਈਜ਼ੀਲੀ ਪਤਾ ਚੱਲ ਜਾਏਗਾ। ਔਰ ਜਿੰਨੇ ਦਿਨ ਆਪਾਂ ਨੂੰ ਲੋੜ ਹੋਈ ਇਹ ਟੇਬਲ ਮੈਂ ਇੱਥੇ ਰਹਿਣ ਦੇਣਾ ਕਿ ਤੁਸੀਂ ਹਰ ਪ੍ਰੋਪਰਟੀ ਇੱਥੋਂ ਹੀ ਦੇਖ ਕੇ ਸਿੱਖ ਲਓ। ਠੀਕ ਹੈ ਰਾਜੇ। ਤਾਂ ਹੁਣ ਆਪਾਂ ਐਸ ਬਲੌਕ ਦੀ ਗੱਲ ਕਰੀਏ। ਸਭ ਤੋਂ ਪਹਿਲਾਂ ਇੱਥੋਂ ਹੀ ਸਟਾਰਟ ਹੋ ਜਾਂਦੇ ਆ। ਐਸ ਬਲੌਕ ਦਾ ਜਨਰਲ ਕਨਫੀਗਰੇਸ਼ਨ ਤੁਹਾਨੂੰ ਲਿਖਣਾ ਆਉਣਾ ਚਾਹੀਦਾ 1 2 2। ਐਸ ਬਲੌਕ ਦੀਆਂ 2 ਲਾਈਨਸ ਹੋਣਗੀਆਂ। ਇੱਕ 'ਚ ਐਸ 'ਚ 1 ਇਲੈਕਟ੍ਰੋਨ ਆਏਗਾ ਬਾਹਰ, ਇੱਕ 'ਚ ਕਿੰਨੇ ਆਣਗੇ 2 ਆਣਗੇ। ਔਰ ਇਹ ਅੱਛੀਆਂ ਦੋਨੋਂ ਮੈਟਲਸ ਦੀਆਂ ਲਾਈਨ ਹੋਣਗੀਆਂ। ਇਹਨਾਂ ਦੇ ਗੁਣ ਕੀ ਹੋਣਗੇ ਕੱਲ ਵੀ ਮੈਂ ਪੜ੍ਹੇ ਸੀ, ਅੱਜ ਮੈਂ ਰਿਪੀਟ ਕਰ ਦਿੰਦੀ ਹਾਂ। ਇਹ ਸੌਫਟ ਮੈਟਲਸ ਹੋਣਗੀਆਂ। ਇਹਨਾਂ ਦੇ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਲੋ ਹੋਣਗੇ। ਇਹ ਜ਼ਰੂਰ ਯਾਦ ਰੱਖਣਾ ਕਿ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਲੋ ਕਿਉਂ ਆ, ਕਿਉਂਕਿ ਇਹ ਮੈਟਲਸ ਹੈ, ਇਹ ਲਾਰਜੈਸਟ ਸਾਈਜ਼ ਦੀਆਂ ਆ।
ਇਹ ਸੌਫਟ ਨੇਚਰ ਦੀਆਂ ਆ, ਇਸੀलिए ਮੈਲਟ ਤੇ ਬੋਇਲ ਜਲਦੀ ਹੋ ਜਾਣਗੀਆਂ। ਕਲੀਅਰ ਹੋ ਗਿਆ ਨਾ। ਸਾਈਜ਼ ਨਾਲ ਜੋੜੋ ਚੀਜ਼ ਨੂੰ, ਜਦੋਂ ਤੁਸੀਂ ਸਾਈਜ਼ ਦੇ ਨਾਲ ਉਹਨੂੰ ਜੋੜਨਾ ਸਟਾਰਟ ਕਰੋਗੇ ਤਾਂ ਸਾਈਜ਼ ਦੇ ਨਾਲ ਤੁਹਾਨੂੰ ਪ੍ਰੋਪਰਟੀ ਜਿਹੜੀ ਹੈ ਜ਼ਿਆਦਾ ਕਲੀਅਰ ਹੋ ਜਾਏਗੀ। ਸੋ ਸਾਈਜ਼ ਵੱਡਾ ਹੋਣਾ ਇਹਨਾਂ ਦੇ ਵਿੱਚ ਗੁਣ ਪੈਦਾ ਕਰਦਾ ਕਿ ਇਹਨਾਂ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਜਲਦੀ ਮੈਲਟ ਤੇ ਬੋਇਲ ਕਰ ਸਕਦੇ ਹਾਂ। ਕੱਲ ਮੈਂ ਇਹ ਵੀ ਦੱਸਿਆ ਸੀ ਵੀ ਪਹਿਲੀ ਲਾਈਨ ਵਾਲੇ ਮੈਂਬਰਸ 1 ਇਲੈਕਟ੍ਰੋਨ ਲੂਜ਼ ਕਰਨਗੇ, ਦੂਜੇ ਵਾਲੇ 2। ਪਹਿਲੇ ਵਾਲੇ ਜਦੋਂ ਇਲੈਕਟ੍ਰੋਨ ਲੂਜ਼ ਹੋ ਜਾਂਦਾ ਫਿਰ ਆਇਨਸ ਬਣਨੇ ਸ਼ੁਰੂ ਹੋ ਜਾਂਦੇ ਆ। ਪਹਿਲੇ ਵਾਲੇ ਯੂਨੀਵੈਲੈਂਟ ਆਇਨ ਬਣਾਉਣਗੇ ਜਾਂ ਮੋਨੋ ਮੀਨਸ 1 ਇਲੈਕਟ੍ਰੋਨ ਲਾਸ, ਬਾਈਵੈਲੈਂਟ ਮੀਨਸ 2 ਇਲੈਕਟ੍ਰੋਨਸ ਦਾ ਲਾਸ ਕਰਨਗੇ। ਸੋ ਇਹ ਦੋਨੋਂ ਲਾਈਨਸ ਦਾ ਆਪਾਂ ਕੱਲ ਕਰੈਕਟਰ ਕੀਤਾ ਸੀਗਾ। ਇਸ ਤੋਂ ਇਲਾਵਾ ਜੇ ਅੱਛੇ ਰਿਡਿਊਸਿੰਗ ਏਜੰਟ ਹੋਣਗੇ, ਇੱਕ ਮੈਂ ਦੱਸਿਆ ਸੀ ਇਹ ਕਲਰ ਦੇਣਗੇ ਫਲੇਮ ਦੇ ਵਿੱਚ, ਕਿਉਂਕਿ ਇਹਨਾਂ ਦਾ 1 ਜਾਂ 2 ਇਲੈਕਟ੍ਰੋਨ ਬਾਹਰ ਹੈ, ਈਜ਼ੀਲੀ ਜੰਪ ਕਰ ਜਾਣਗੇ। ਥੋੜੀ એનર્ਜੀ ਦੇ ਕੇ ਵੀ ਆਪਾਂ ਇਹਨੂੰ ਐਕਸਾਈਟ ਕਰਾ ਸਕਦੇ ਹਾਂ। ਸੋ ਆਇਨਾਈਜੇਸ਼ਨ ਇਨਥੈਲਪੀ ਮੈਂ ਨਾ ਦੱਸਿਆ ਸੀਗਾ, ਇਹ ਉਹ ਅਮਾਊਂਟ ਆਫ એનર્ਜੀ ਹੈ ਵਿਚ ਇਜ਼ ਰਿਕੁਆਇਰਡ ਟੂ ਰਿਮੂਵ ਦਾ ਇਲੈਕਟ੍ਰੋਨ ਫਰੋਮ ਦਾ ਆਊਟਰ ਮੋਸਟ ਵੈਲੈਂਸ ਸ਼ੈਲ। ਬਾਹਰਲੇ ਚੱਕਰ ਚੋਂ ਇਲੈਕਟ੍ਰੋਨ ਕੱਢਣ ਲਈ ਜਿੰਨੀ એનર્ਜੀ ਦੀ ਜ਼ਰੂਰਤ ਪਏਗੀ ਦੈਟ ਇਜ਼ ਆਇਨਾਈਜੇਸ਼ਨ ਇਨਥੈਲਪੀ। ਸੋ ਇਹਨਾਂ ਲਾਈਨਸ ਦੀ ਆਇਨਾਈਜੇਸ਼ਨ ਇਨਥੈਲਪੀ ਵਿਲ ਬੀ ਲੋ, ਕਿਉਂਕਿ 1 ਜਾਂ 2 ਇਲੈਕਟ੍ਰੋਨ ਈਜ਼ੀਲੀ ਰਿਮੂਵ ਹੋ ਸਕਦੇ ਆ। ਸੋ ਇਹ ਗੁਣ ਸੀ ਐਸ ਬਲੌਕ ਦੇ। ਕਲੀਅਰ ਹੋ ਗਏ। ਹੁਣ ਆਪਾਂ ਅੱਜ ਚੱਲਦੇ ਹਾਂ ਪੀ ਬਲੌਕ ਦੇ ਕੋਲ। ਪੀ ਬਲੌਕ ਦੇ ਵਿੱਚ ਵੀ ਪਹਿਲਾਂ ਸਾਨੂੰ ਜਨਰਲ ਕਨਫੀਗਰੇਸ਼ਨ ਦੇਣਾ ਪਏਗਾ। ਪੀ ਦੇ ਵਿੱਚ ਐਸ ਪਹਿਲਾਂ ਹੀ ਭਰੀ ਹੋਊਗੀ, ਤੁਸੀਂ ਐਨ ਪੀ ਦੇ ਵਿੱਚ 1 ਤੋਂ 6 ਤੱਕ ਇਲੈਕਟ੍ਰੋਨਸ ਫਿਲ ਕਰ ਸਕਦੇ ਆ। ਕਿੱਦਾਂ? ਇਸ ਤਰ੍ਹਾਂ ਇੱਥੇ ਪੂਰੀ ਹੋ ਗਈ ਆਪਣੀ, ਹੈ ਨਾ। ਇਸ ਤੋਂ ਬਾਅਦ ਹੀ ਪੀ ਸ਼ੁਰੂ ਹੋਗੀ। ਜੇ 2 ਦਾ ਐਸ ਹੈ ਤਾਂ 2 ਦੀ ਪੀ ਹੋਈ ਚੱਲਣੀ, ਜੇ 3 ਦਾ ਐਸ ਹੈ 3 ਦੀ ਪੀ। ਕੱਲੀ ਪੀ ਤੋਂ ਤਾਂ ਕੁਝ ਸ਼ੁਰੂ ਨਹੀਂ ਹੋਣਾ, ਤੁਹਾਡਾ ਚੱਕਰ ਆਲਰੇਡੀ ਸਟਾਰਟ ਹੋ ਚੁੱਕਾ ਆ। ਆਹ ਫਸਟ ਚੱਕਰ ਹੈ। ਜਿਹੜੇ ਪੀਰੀਅਡਸ ਦਾ ਨੰਬਰ ਹੈ ਨਾ ਤੁਹਾਨੂੰ ਇਹ ਦੱਸ ਰਿਹਾ ਕਿ ਤੁਸੀਂ ਕਿਹੜੇ ਚੱਕਰ ਦੇ ਵਿੱਚ ਇਲੈਕਟ੍ਰੋਨਸ ਫਿਲ ਕਰ ਰਹੇ ਆ। ਇਹ ਕਲੀਅਰ ਰੱਖਣਾ ਤੁਸੀਂ। ਆਹ ਨੰਬਰ ਹੈ ਨਾ 1 ਤੋਂ 7 ਤੱਕ, ਇਹ ਤੁਹਾਨੂੰ 7 ਚੱਕਰਾਂ ਬਾਰੇ ਨੌਲੇਜ ਦੇ ਰਿਹਾ, ਜਿਹੜੇ ਨਿਊਕਲੀਅਸ ਦੇ ਆਲੇ ਦੁਆਲੇ ਆਪਾਂ ਡਰਾ ਕਰਦੇ ਹਾਂ। ਹੁਣ ਆਪਾਂ ਸੈਕਿੰਡ ਚੱਕਰ ਦੀ ਗੱਲ ਕਰ ਰਹੇ ਸੀਗੇ। ਸੈਕਿੰਡ ਦੇ ਵਿੱਚ ਆਪਾਂ ਦੇਖਿਆ ਕਿ 2s ਤੱਕ ਤਾਂ ਇੱਥੇ ਭਰ ਗਿਆ, 2s1 ਇੱਥੇ ਹੋਏਗਾ, 2s2 ਇੱਥੇ ਹੋ ਗਿਆ। ਉਦੋਂ 2 ਦੀ p ਦੀ ਵਾਰੀ ਹੈ। ਇੱਥੇ p 'ਚ 1 ਇਲੈਕਟ੍ਰੋਨ ਆਏਗਾ, ਇੱਥੇ 2, ਇੱਥੇ 3 4 5 6। ਜਦੋਂ ਤੱਕ p ਕੰਪਲੀਟ ਹੋਏਗੀ ਨਾ, 6 ਤੱਕ p ਕੰਪਲੀਟ ਹੋ ਸਕਦੀ ਹੈ, p 'ਚ 6 ਤੱਕ ਆ ਸਕਦੇ ਆ, ਤਾਂ p ਜਿਹੜੀ ਹੈ ਪੂਰੀ ਹੋ ਗਈ। ਨਿਓਨ ਤੇ ਜਾ ਕੇ ਤੁਸੀਂ ਨਿਓਨ ਚੈੱਕ ਕਰ ਲਓ। ਨਿਓਨ ਦਾ ਐਟੋਮਿਕ ਨੰਬਰ ਅਜੇ 10 ਆ, ਠੀਕ ਹੈ। ਇਹਨੂੰ ਭਰ ਕੇ ਦੇਖ ਲਓ। ਇਹਦੇ ਵਿੱਚ ਤੁਸੀਂ 1s2 ਤੋਂ ਸ਼ੁਰੂ ਕਰ ਲਓ। 1s2 2s2 2p6 ਦੇਖੋ ਪੂਰੀ ਹੋਗੀ। ਇਹਦਾ ਬਾਹਰ ਵਾਲਾ ਜਿਹੜਾ ਚੱਕਰ ਹੈ ਨਾ ਦੂਸਰਾ ਆ, ਔਰ ਦੂਸਰੇ ਚੱਕਰ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਆ ਗਏ ਆ? 8 ਆ ਗਏ, ਸਟੇਬਲ ਬਣ ਗਈ ਹੈ। ਸੋ p 'ਚ ਆਪਾਂ ਵੱਧ ਤੋਂ ਵੱਧ 6 ਭਰ ਸਕਦੇ ਹਾਂ। ਇਹ ਤੋਂ ਮੋਰੇ ਕੋਲ p ਕੋਲ 5 ਹੋਣੇ, ਇਹਦੇ ਕੋਲ 4 ਹੋਣੇ, ਇਹਦੇ ਕੋਲ 3 ਹੋਣੇ, ਇਹ 'ਚ 2 ਹੋਣੇ, ਇਹ 'ਚ p 'ਚ 1 ਹੋਏਗਾ। ਹੁਣ ਬੋਰੋਨ ਵੀ ਚੈੱਕ ਕਰ ਲਓ, ਐਟੋਮਿਕ ਨੰਬਰ 5, 1s2 2s2 2p1 ਦੇਖੋ ਆ ਗਿਆ p 'ਚ 1। ਸੋ p 'ਚ ਤੁਸੀਂ ਹੱਦ 6 ਤੱਕ ਜਾ ਸਕਦੇ ਆ, ਤਾਂ ਤੁਹਾਡੇ ਕੋਲ 6 ਐਲੀਮੈਂਟਸ ਨਜ਼ਰ ਆ ਰਹੇ। ਹੋ ਗਿਆ ਕਲੀਅਰ। ਸੋ ਇਹ ਹੈ ਪੀ ਬਲੌਕ ਐਲੀਮੈਂਟ ਦਾ ਜਨਰਲ ਕਨਫੀਗਰੇਸ਼ਨ, ਕਿ ਆਪਾਂ ਪੀ ਬਲੌਕ 'ਚ ਉਹ ਐਲੀਮੈਂਟ ਰੱਖੇ ਆ ਜਿਨ੍ਹਾਂ ਦੀ ਪੀ 'ਚ 1 ਤੋਂ ਲੈ ਕੇ ਇੱਥੇ 1 2 3 4 5 6, 1 ਤੋਂ ਲੈ ਕੇ 6 ਤੱਕ ਇਲੈਕਟ੍ਰੋਨ ਪੂਰੇ ਹੋ ਕੇ ਪੀ ਕੰਪਲੀਟ ਹੋ ਜਾਂਦੀ ਹੈ। ਇਹ ਹੈ ਪੀ ਬਲੌਕ ਐਲੀਮੈਂਟਸ। ਹੁਣ ਪੀ ਬਲੌਕ ਐਲੀਮੈਂਟਸ ਦੇ ਗੁਣ ਆਪਾਂ ਇਹ ਕੀਤੇ ਕਿ ਪੀ ਬਲੌਕ ਦੇ ਵਿੱਚ ਮੈਟਲ ਪਲੱਸ ਨਾਨ ਮੈਟਲ ਆਉਣੀਆਂ ਸਟਾਰਟ ਹੋ ਜਾਣਗੀਆਂ। ਇਹ ਕੱਲੀਆਂ ਮੈਟਲਸ, ਇਹਦੇ ਵਿੱਚ ਆਪਣੇ ਕੋਲ ਕੀ ਕੁਆਲਿਟੀ ਆ ਗਈ? ਮੈਟਲ ਪਲੱਸ ਨॉन ਮੈਟਲਸ। ਇਹਨਾਂ ਦੇ ਜਨਰਲ ਆਪਾਂ ਕਨਫੀਗਰੇਸ਼ਨ ਕਰਾਂਗੇ, ਜਨਰਲ ਕਰੈਕਟਰਸ ਕਰਾਂਗੇ, ਠੀਕ ਹੈ। ਤਾਂ ਨॉन ਮੈਟੈਲਿਕ ਕਰੈਕਟਰ ਕਿਉਂ ਆ ਗਿਆ ਉਹ ਤੁਹਾਨੂੰ ਦੱਸ ਚੁੱਕੀ ਹਾਂ, ਕਿਉਂਕਿ ਇਲੈਕਟ੍ਰੋਨਸ ਨੂੰ ਗੇਨ ਕਰਨ ਦੀ ਤਾਕਤ ਰੱਖਦੀਆਂ। ਸਭ ਤੋਂ ਅੱਛੀਆਂ ਜੇ ਆਪਾਂ ਨੂੰ ਪੁੱਛਿਆ ਜਾਵੇ ਨॉन ਮੈਟਲ ਦੀ ਲਾਈਨ ਕਿਹੜੀ ਹੈ ਤਾਂ ਕਿਹੜੀ ਦੱਸੋਗੇ? 17th ਗਰੁੱਪ ਦੇ ਮੈਂਬਰ। ਇਸ ਲਾਈਨ ਦਾ ਨਾਮ ਹੈ ਹੈਲੋਜਨ ਫੈਮਿਲੀ। ਇੱਥੇ ਤੱਕ ਇਹ ਹੈਲੋਜਨ ਫੈਮਿਲੀ ਆ ਜਿਹਦੇ ਕੋਲ ਲੈਣ ਦੀ ਸਭ ਤੋਂ ਜ਼ਿਆਦਾ ਪੂਰੇ ਪੀਰੀਓਡਿਕ ਟੇਬਲ ਸਭ ਤੋਂ ਜ਼ਿਆਦਾ ਲੈਣ ਦੀ ਤਾਕਤ ਹੈ। ਇਹ ਲਾਈਨ ਨੋਬਲ ਗੈਸਿਸ ਦੀ ਹੈ, ਜਿਹਦੇ ਕੋਲ ਸਭ ਤੋਂ ਜਿਹੜੀ ਹੈਗੀ ਘੱਟ ਪਾਵਰ ਹੈ, ਨਾ ਲੈਣ ਦੀ ਨਾ ਦੇਣ ਦੀ। 16ਵੇਂ ਗਰੁੱਪ ਦੀ ਪਾਵਰ ਇਹ ਤੋਂ ਥੋੜੀ ਜਿਹੀ ਘੱਟ ਹੈ, ਪਰ ਇਹਦੀ ਵੀ ਬਹੁਤ ਜ਼ਿਆਦਾ ਪਾਵਰ ਹੈ, ਕਿਉਂਕਿ ਕੋਈ 6 ਬਾਰ ਹੈਗੇ ਆ, ਸਿਰਫ 2 ਦੀ ਲੋੜ ਆ। ਸੋ ਜੇ ਬਹੁਤ ਅੱਛੀਆਂ ਨॉन ਮੈਟਲਸ ਦੀ ਲਾਈਨ ਦਾ ਨਾਮ ਪੁੱਛਿਆ ਜਾਵੇ ਤਾਂ ਤੁਸੀਂ 16 ਗਰੁੱਪ ਤੇ 17 ਗਰੁੱਪ ਦਾ ਨਾਮ ਦੇ ਸਕਦੇ ਹੋ। ਇਹ ਬਹੁਤ ਰਿਐਕਟਿਵ ਗਿਣੀਆਂ ਜਾਣਗੀਆਂ ਗੇਨ ਕਰਨ 'ਚ। ਜੇ ਮੈਂ ਲੌਸ ਵਾਸਤੇ ਸਭ ਤੋਂ ਅੱਛੀਆਂ ਪੁੱਛਾਂ ਤਾਂ ਤੁਸੀਂ ਫਸਟ ਤੇ ਸੈਕਿੰਡ ਲਾਈਨ ਦਾ ਨਾਮ ਦੋਗੇ। ਫਸਟ ਲਾਈਨ ਨੂੰ ਅਸੀਂ ਅਲਕਲੀ ਮੈਟਲਸ ਬੋਲਦੇ ਹਾਂ, ਸੈਕਿੰਡ ਨੂੰ ਅਲਕੇਲਾਈਨ ਅਰਥ ਮੈਟਲਸ। ਇਹ ਦੋਨੋਂ ਲਾਈਨਸ ਜਿਹੜੀਆਂ ਲੌਸ ਕਰਨ ਲਈ ਸਭ ਤੋਂ ਅੱਛੀਆਂ ਆ। ਸੋ ਸਭ ਤੋਂ ਵੱਧ ਰਿਐਕਟਿਵ 4 ਲਾਈਨਾਂ ਹੋ ਗਈਆਂ ਪੂਰੇ ਪੀਰੀਓਡਿਕ ਟੇਬਲ 'ਚ। 2 ਸਾਡੇ ਕੋਲ ਮੂਹਰੇ ਪਈਆਂ, ਫਸਟ ਐਂਡ ਸੈਕਿੰਡ ਗਰੁੱਪ। ਇੱਕ 16 ਤੇ 17th ਗਰੁੱਪ ਦੇ ਮੈਂਬਰਸ ਐਕਟਿਵ ਆ। ਇਹ ਅਗਰ ਆਪਸ 'ਚ ਦੋਨੋਂ ਮਿਲ ਜਾਣ ਤਾਂ ਆਇਨਿਕ ਕੰਪਾਊਂਡ ਬਣਾ ਸਕਦੇ ਆ। ਜਿਹਨੂੰ 1 ਦੀ ਲੋੜ ਆ 1 ਲੈ ਲਵੇ, ਜਿਹਨੂੰ 2 ਦੀ ਲੋੜ ਆ 1 ਲੌਸ ਕਰ ਦੂਗਾ, ਦੂਜਾ ਗੇਨ ਕਰ ਲੂਗਾ, ਜਿੱਦਾਂ ਮੈਂ ਕੱਲ NaCl ਬਣਾਇਆ ਸੀ। ਸੋ ਇਸ ਕਰਕੇ ਇਹ ਆਇਨਿਕ ਕੰਪਾਊਂਡਸ ਬਣਾਉਂਦੇ ਆ। ਹੁਣ ਆ ਹੋ ਗਿਆ ਆਪਣੇ ਕੋਲ ਪਹਿਲਾ ਕਰੈਕਟਰ। ਦੂਜਾ ਹੈਗਾ ਕਿ ਇਹਨਾਂ ਦੀ ਆਇਨਾਈਜੇਸ਼ਨ ਐਂਥੈਲਪੀ ਹਾਈ ਹੋਏਗੀ। ਇਹਨਾਂ ਦਾ ਸਾਈਜ਼ ਵੱਡਾ ਸੀ, ਹੁਣ ਇੱਧਰ ਨੂੰ ਜਾਂਦੇ ਸਾਈਜ਼ ਕੀ ਹੁੰਦਾ ਰਾਜੇ? ਘਟਦਾ ਜਾਂਦਾ। ਹੁਣ ਅਗਰ ਘੱਟ ਸਾਈਜ਼ ਹੋਏਗਾ, ਛੋਟੇ ਸਾਈਜ਼ 'ਚੋਂ ਤੁਸੀਂ ਇਲੈਕਟ੍ਰੋਨ ਬਾਹਰ ਕੱਢਣਾ ਤਾਂ ਨਿਊਕਲੀਅਸ ਦੇ ਖਿੱਚ ਤੋਂ ਬਾਹਰ ਕੱਢਣਾ ਪਏਗਾ। ਮੈਂ ਕੱਲ ਵੀ ਦੱਸਿਆ ਸੀ ਕਿ ਨਿਊਕਲੀਅਸ ਦੇ ਉੱਤੇ ਪੋਜ਼ਿਟਿਵ ਚਾਰਜ ਹੋਏਗਾ, ਕਿਉਂਕਿ ਨਿਊਕਲੀਅਸ 'ਚ ਪ੍ਰੋਟੋਨ ਆ।
प्रोटोन ते पॉजिटिव चार्ज होंदा, न्यूट्रॉन ते जीरो होंदा, और इलैक्ट्रॉन ते किहड़ा चार्ज होंदा नेगेटिव, तो नेगेटिव पॉजिटिव तो अट्रैक्शन होनी है, ऑटोमैटिकली होएगी। सो इन्हां दी अट्रैक्शन के करके ही फोर्स के कारण ये स्टेबल रहंदे, एक जगह ते घूमते रहंदे आ। हुण जिन्ना साइज छोटा ना उहदे विचों इलैक्ट्रॉन कड्ढना तुहाडे लई डिफिकल्ट हो जाएगा, क्योंकि तुहानूं इस अट्रैक्शन नूं तोड़ के इलैक्ट्रॉन बाहर ले जाना पएगा, काफ़ी आयनाइजेशन एंथैल्पी की जरूरत पेगी। इत्थे साइज वड्डा सी आपां घੱਟ एनर्जी ला के इलैक्ट्रॉन कढ लिया, इत्थे साइज छोटा हुंदा जा रहा तो आपां नूं हाई अमाउंट ऑफ आयनाइजेशन एंथैल्पी चाहिए टू रिमूव द इलैक्ट्रॉन। और नोबल गैस में जो पॉसीबल है नहीं आप इलैक्ट्रॉन कढ लईए, क्योंकि वो तो ऑलरेडी स्टेबल आ, वो लूज नहीं करनगियां, उहदे वास्ते वेरी वेरी पॉजिटिव अमाउंट ऑफ एनर्जी इज रिक्वायर्ड अगर असीं ट्राई करना चाहते हैं तो। ठीक है राजे। होर इन्हां दे बारे प्रॉपर्टी आ गई कि आयनाइजेशन एंथैल्पी इन्हां दी उन्हां दे हिसाब ते हाई हो गई। ये ज़्यादातर हुण आयनिक तो दो लाइना आयनिक कंपाउंड्स बना सकदियां, बाकी ज़्यादा कोवलेंट बनाने की कोशिश करेंगे कि शेयरिंग ज़्यादा वधिया, दो दो तीन तीन, देखो एक का लॉस किया जा सकता, एक का गेन किया जा सकता, दो का लॉस हद कर लांगे, दो का गेन कर लांगे। जो तीन की वारी आई एनर्जी बहुत चाहिए होंगी है, पहला 3 इलैक्ट्रॉन कड्ढने पैणगे, फिर 3 किसी को देने पैणगे। जो फिर 3-4 का केस आ जाता ना भी 5-5 लैन देन है, वो डिफिकल्ट हो जाता, उत्थे फिर ये ट्राई होंगी है कि कोवलेंट बनाया जाए, शेयरिंग की जाए। ठीक है, वो अपना अलग चैप्टर आएगा कोवलेंट जो बॉन्डिंग का, कैमिकल बॉन्डिंग नैक्सट चैप्टर च आप डिस्कस करांगे। इत्थे आप सिर्फ नेचर दस सकते हैं भी ये आयनिक कंपाउंड बनाने लई तैयार है, ये सारिया लाइन आयनिक कंपाउंड नहीं बना सकदियां, 2 लाइन्स ट्राई करनगियां, बाकी शेयरिंग वास्ते चलियां जाणगियां। सो बाकियां दे कंपाउंड कोवलेंट होणगे। ओके राजे। उस तो बाद ये होर प्रॉपर्टी जी आपां लिखी है भी ए वाले मैंबर असीं रिड्यूसिंग एजेंट कहे सीगे, रिड्यूसिंग मतलब लॉस कर रहे सी इलैक्ट्रॉन जो गेन करते हैं, वह नाम चेंज कर दो, फिर रिड्यूसिंग की बजाय ऑक्सीडाइजिंग एजेंट बोलते हैं उन्होंने। सो ये अच्छे ऑक्सीडाइजिंग एजेंट बननगे, ये अच्छे किहड़े बननगे रिड्यूसिंग एजेंट। सो ये सी साडे कोल पी ब्लॉक के करैक्टर्स। हुण मैं पहुंच गई डी ब्लॉक के उत्ते। जदों असीं डी ब्लॉक ते जावांगे तो सानूं कॉन्फिगरेशन जरूर लिखना पएगा डी ब्लॉक एलीमेंट्स का। सो डी ब्लॉक का जनरल कॉन्फिगरेशन असीं लिखांगे डी ब्लॉक के विच NS, ये एक या दो हो सकते, कई बार दो ही ये पूरा हो जाता, पहला S पूरा होएगा, फिर N-1 असीं डी दे विच 1 तो लैके 10 इलैक्ट्रॉन फिल करते हैं। इट इज़ द जनरल कॉन्फिगरेशन ऑफ डी ब्लॉक एलीमेंट्स। तुसीं कहोगे किद्दां? हुण मैं ये तां लिखिया कि मान लो मैं चौथे पीरीयड के डी भरनी है, क्योंकि बारी हुई चौथे च रजी आई डी की, उस तो पहला तो तिन्ना च तो डी है नहीं गी, इत्थे जाके भरनी है। हुण चौथे का अगर मैं एस भरूंगी पहला मैनूं ये भरना पएगा, चाहे इनू मोहरे लिख लो 4S, मैनूं इनू कंप्लीट करना पऊगा। फिर मैं 3 दी डी भरूंगी, उस मैं 1 तो 10 तक एलीमेंट की कर सकती हाँ, फिल कर सकती हाँ। हुण क्लीयर हो गया? मैंने N-1 क्यों लिखा रजे? अगर ये 4 है तो 3 होनी चाहिए, यानी चौथे के विच तीजे की डी भर होनी आ, चौथे च चौथी दी तुसीं नहीं भर सकते। चौथे की डी पंजवें च भरांगे, पंजवें की डी छेवें च भरांगे, 1 का फर्क रखांगे। इसी तरह जी एफ आ 2 के फर्क से भरती है, ये ना भुलियो गल्लां। ठीक है, हुण मैं डी इत्थे भरनी सी, इहनूं तुसीं उल्ट भी लिख सकते हैं, मैं तो तां लिखता भी 3 नंबर मोहरे आंदा, इहनूं मोहरे लिख लो, इहनूं पिछे लो, तुहाडी इच्छा है, जिद्दां तुहानूं याद रहिंदा तुसीं लिख लो। आ अपने कोल डी ब्लॉक एलीमेंट्स होंगे, 1 तो लैके 10 तक गिनती आपां डी च भरांगे। इसलिए देखो आ 10 एलीमेंट्स है जिन्हां च डी च 1 2 3 4 5 6 7 8 9 10, जिंक 30 तक जी डी फिल हो जाती है, और डी ब्लॉक एलीमेंट खत्म हो जाते हैं, क्योंकि फिर उस तो बाद 4 की की भरनी है पी, वो कि ब्लॉक आ जाऊगा, पी ब्लॉक आ जाएगा। सो डी ब्लॉक के एलीमेंट अपने इत्थे तक नजर आएंगे, जिन्हों की एस भरी होगी तो डी असी 1 तो 10 तक फिल करांगे। हुण इहदे विच पहली लाइन होएगी जी 3D भरेगी, दूजी 4D, फिर 5D, फिर 6D। आप इन्हां दा नाम इदां भी रख सकते हैं, ये 3D सीरीज़, 4D सीरीज़, 5D सीरीज़, 6D, या तुसीं ये नहीं लिखना चाहते। इन्हां दा दूसरा वेरी इंपॉर्टेंट नेम याद रखो, ट्रांजिशन एलीमेंट्स। दीज आर नोन एज ट्रांजिशन एलीमेंट। ट्रांजिशन कहते चेंज। ये वो एलीमेंट आ जिहड़े एस ते पी दे विचकार आ जाते हैं और एक कड़ी का काम करते हैं। ये गुणा के चेंज नूं शिफ्ट करके दिखाते हैं, इधर मैटल्स इधर नॉन मैटल्स, एक कड़ी का काम करेंगे, इत्थे मैटलॉइड्स आ जाएगियां, विचे मैटल विचे नॉन मैटल, ये मिक्सिंग वाला अपना ग्रुप बनेगा। इसलिए इस ग्रुप का नाम रखा जाता है ट्रांजिशन एलीमेंट्स, बिकॉज इट शोज ए चेंज फ्रॉम एस ब्लॉक टू पी ब्लॉक। करैक्टर्स के चेंजिज आती, मैटैलिक टू नॉन मैटैलिक करैक्टर, रिड्यूसिंग टू ऑक्सीडाइजिंग नेचर। सो ये चेंज शो करती हैं, इसलिए इन्होंने ट्रांजिशन एलीमेंट्स कहते हैं। इन्हों तुसीं नाम भी दे सकते हो, इट इज़ फर्स्ट ट्रांजिशन सीरीज, सैकेंड ट्रांजिशन सीरीज, थर्ड ट्रांजिशन सीरीज, 4, यानी 4 ट्रांजिशन सीरीज मौजूद है। ये 3D भरती है, 4D, 5D, 6D।
ਇੰਨੇ ਕੁ ਐਲੀਮੈਂਟਸ ਆਪਣੇ ਇੱਥੇ ਤੱਕ ਪੂਰਾ ਹੋ ਜਾਂਦਾ। ਤੁਸੀਂ ਕਿਸੇ ਇੱਕ ਦਾ ਕਨਫਿਗਰੇਸ਼ਨ ਸਕੈਂਡੀਅਮ 21 ਚੈੱਕ ਵੀ ਕਰ ਸਕਦੇ ਆ। ਸਕੈਂਡੀਅਮ 21 ਦੇ ਵਿੱਚ ਤੁਸੀਂ 18 ਜਿਹੜੇ ਆਰਗਨ ਪਹਿਲਾਂ ਭਰ ਲਓ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਆਰਗਨ ਜਿਹੜੀ ਹੈ ਤੁਹਾਡੀ 18 ਤੱਕ 3s ਕੰਪਲੀਟ ਕਰ ਜੂਗੀ ਤੀਸਰਾ ਚੱਕਰ। ਉਸ ਤੋਂ ਬਾਅਦ ਤੁਸੀਂ 4s ਦੇ ਵਿੱਚ ਜਾਓਗੇ ਤੇ 3d 'ਚ ਜਾਓਗੇ। ਹੁਣ 18 ਇੱਥੇ ਭਰ ਗਏ, 2 ਤੁਸੀਂ ਇੱਥੇ d ਦੇ ਵਿੱਚ ਕਿੰਨਾ ਆ ਗਿਆ, 1 ਆ ਗਿਆ। ਇਸ ਤਰੀਕੇ ਦੇ ਨਾਲ ਤੁਸੀਂ ਇਹ ਫਿਲਿੰਗ ਚੈੱਕ ਕਰ ਸਕਦੇ ਆ ਕਿ 3d ਭਰਦੀ ਜਾਏਗੀ। ਓਕੇ, ਲਾਸਟ ਆ ਗਿਆ ਜੀ ਐਫ ਬਲੌਕ ਐਲੀਮੈਂਟਸ। ਸੋ ਡੀ ਦੇ ਕਰੈਕਟਰ ਸੌਰੀ ਰਹਿ ਗਏ। ਡੀ ਦੇ ਗੁਣ ਜਿਹੜੇ ਹੋਣਗੇ ਕੁਝ ਅਲੱਗ ਹੋਣਗੇ ਬਾਕੀਆਂ ਨਾਲੋਂ। ਡੀ ਦੇ ਵਿੱਚ ਆਪਣੇ ਕੋਲ ਕਾਫੀ ਮੈਟਲਸ, ਦੇਖੋ ਜਿੱਦਾਂ ਆਇਰਨ ਆ ਗਈ, ਹੈਵੀ ਮੈਟਲਸ ਕਹਿ ਲਓ ਤੁਸੀਂ ਇਹਨਾਂ ਨੂੰ। ਇਹਦੇ ਵਿੱਚ ਹੈਵੀ ਮੈਟਲਸ ਤੇ ਮੈਟਾਲੋਇਡਸ ਨਜ਼ਰ ਆਉਣਗੇ, ਕਾਫੀ ਹੈਵੀ ਹੋਣ ਕਰਕੇ ਫਿਰ ਇਹਨਾਂ ਦੇ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਹਾਈ ਨਜ਼ਰ ਆਉਣਗੇ ਆਪਾਂ ਨੂੰ। ਠੀਕ ਹੈ, ਉਹ ਕਰੈਕਟਰ ਵੀ ਆਪਾਂ ਯਾਦ ਰੱਖਣਾ ਕਿ ਇਹਨਾਂ ਦੇ ਮੈਲਟਿੰਗ ਤੇ ਬੋਇਲਿੰਗ ਪੁਆਇੰਟਸ ਹਾਈ ਰਹਿਣਗੇ। ਦੂਜਾ ਕਰੈਕਟਰ ਸੀ ਇਹਨਾਂ ਦੇ ਵਿੱਚ ਇੰਪੋਰਟੈਂਟ ਚੀਜ਼ ਆਉਂਦੀ ਆ, ਇਹ ਸਾਰੇ ਜਣੇ ਕਲਰਡ ਕੰਪਾਊਂਡਸ ਬਣਾਉਂਦੇ ਆ। ਇਹ ਡੀ ਬਲੌਕ ਨਾ ਜਦੋਂ ਆਪਾਂ ਸਟੱਡੀ ਕਰਾਂਗੇ ਆਪਣੇ +1 ਚ ਐਸ ਤੇ ਪੀ ਜਿਹੜਾ ਉਹ ਡਿਟੇਲ ਦੇ ਵਿੱਚ ਹੈ। ਡੀ ਤੇ ਐਫ ਦੀ ਸਟੱਡੀ ਆਪਾਂ ਨੂੰ ਆਉਂਦੀ ਹੈ +2 ਦੇ ਵਿੱਚ। ਉੱਥੇ ਅਸੀਂ ਨਾ ਕੱਲੇ ਐਲੀਮੈਂਟ ਦਾ ਚੈੱਕ ਕਰਾਂਗੇ ਕਿ ਇਹ ਸਾਰੇ ਜਣਿਆਂ ਦਾ ਇਲੈਕਟ੍ਰੋਨ ਐਕਸਾਈਟ ਹੋ ਸਕਦਾ ਡੀ ਵਾਲਾ, ਕਿਉਂਕਿ ਡੀ ਚੱਕਰ ਬਹੁਤ ਵੱਡਾ ਆ। ਡੀ ਦੇ ਵਿੱਚ 5 ਆਰਬਿਟਲ ਆ। ਠੀਕ ਹੈ, 5 ਆਰਬਿਟਲ ਦੇ ਵਿੱਚ ਆਪਣੇ ਕੋਲ ਨਾ 10 ਇਲੈਕਟ੍ਰੋਨਸ ਦੀ ਜਗ੍ਹਾ ਹੈਗੀ ਆ। ਆ ਜਿਹੜਾ 3D ਆਪਾਂ ਬੋਲ ਰਹੇ ਆ ਨਾ, ਇਹ ਕਿੰਨੇ ਆਰਬਿਟਲਸ ਆਪਣੇ ਕੋਲ 5, ਕਿਸੇ 'ਚ 1 ਇਲੈਕਟ੍ਰੋਨ ਆ, ਕਿਸੇ 'ਚ 2 ਆ, ਕਿਸੇ 'ਚ 3 ਆ। ਮਤਲਬ ਇਹ ਇਲੈਕਟ੍ਰੋਨ ਸਿੰਗਲ ਹੋਣ ਕਰਕੇ ਬੜੀ ਜਲਦੀ ਐਕਸਾਈਟ ਹੋ ਜਾਂਦੇ ਆ। ਇਹ ਆਪਸ 'ਚ ਡੀ 'ਚ ਐਕਸਾਈਟੇਸ਼ਨ ਸ਼ੋ ਕਰਦੇ ਰਹਿੰਦੇ ਆ। ਇਹਦੇ ਕਰਕੇ ਇਹ ਸਾਰੇ ਕਲਰਡ ਕੰਪਾਊਂਡ ਬਣਾਉਣਗੇ। ਜਿੱਥੇ ਇਲੈਕਟ੍ਰੋਨ ਐਕਸਾਈਟ ਹੋ ਜਾਵੇ ਫਿਰ ਵਾਪਸ ਕਲਰ ਦੀ ਫਾਰਮ 'ਚ ਲਾਈਟ ਛੋੜੇਗਾ ਉੱਥੇ ਕਲਰ ਆਏਗਾ ਹੀ। ਸੋ ਇਹ ਸਾਰੇ ਕਲਰਡ ਕੰਪਾਊਂਡ ਬਣਾਉਣਗੇ। ਔਰ ਵਧੀਆ ਚੀਜ਼ ਹੈ ਕਿ ਸਾਰੇ ਵਧੀਆ ਕੈਟਾਲਿਸਟ ਦਾ ਕੰਮ ਕਰਦੇ ਆ। ਕੈਟਾਲਿਸਟ ਪਤਾ ਕੀ ਹੁੰਦਾ? ਕੈਟਾਲਿਸਟ ਜਿਹੜਾ ਹੁੰਦਾ ਉਹ ਸਬਸਟੈਂਸ ਨੂੰ ਤੁਸੀਂ ਕਹਿ ਸਕਦੇ ਹੋ ਜਿਹੜਾ ਰਿਐਕਸ਼ਨ ਦੀ ਸਪੀਡ ਨੂੰ ਤੇਜ਼ ਤਾਂ ਜ਼ਰੂਰ ਕਰਦਾ ਪਰ ਰਿਐਕਸ਼ਨ 'ਚ ਪਾਰਟਿਸਿਪੇਟ ਨਹੀਂ ਕਰਦਾ, ਸਿਰਫ ਰੇਟ ਆਫ ਰਿਐਕਸ਼ਨ ਇਨਕਰੀਜ਼ ਕਰਦਾ ਆ, ਉਹ ਹੁੰਦਾ ਕੈਟਾਲਿਸਟ। ਟੈਂਪਰੇਰੀ ਤਾਂ ਇਹ ਰਿਐਕਟੈਂਟ ਨਾਲ ਜੁੜਦਾ, ਰਿਐਕਟੈਂਟ ਨੂੰ ਜਿਹੜਾ ਜਗ੍ਹਾ ਵੀ ਦਿੰਦਾ ਰਿਐਕਟ ਕਰਨ ਲਈ, ਪਰ ਐਂਡ ਦੇ ਵਿੱਚ ਓਨਲੀ ਪ੍ਰੋਡਕਟ ਸੈਪਰੇਟ ਹੋ ਜਾਂਦਾ ਔਰ ਕੈਟਾਲਿਸਟ ਅਲੱਗ ਹੋ ਜਾਂਦਾ। ਯਾਨੀ ਕੈਟਾਲਿਸਟ ਦਾ ਕੰਮ ਹੀ ਇਹ ਹੈ ਕਿ ਉਹ ਸਿਰਫ ਸਪੀਡ ਆਫ ਰਿਐਕਸ਼ਨ ਫਾਸਟ ਕਰਦਾ। ਔਰ ਇਹ ਸਾਰੇ ਕੈਟਲਿਸਟ ਬਹੁਤ ਅੱਛੇ ਹੈ ਇਸ ਡੀ ਬਲੌਕ ਦੇ। ਅਸੀਂ ਅਲੱਗ-ਅਲੱਗ ਰਿਐਕਸ਼ਨ ਨੂੰ ਫਾਸਟ ਕਰਨ ਲਈ ਇਹਨਾਂ ਨੂੰ ਵਿੱਚ ਐਡ ਕਰ ਸਕਦੇ ਹਾਂ। ਹੋਰ ਇਹਨਾਂ ਦੇ ਵਿੱਚ ਕੁਆਲਿਟੀ ਆ ਕਿ ਇਹ ਆਕਸੀਡੇਸ਼ਨ ਸਟੇਟ ਬਹੁਤ ਸ਼ੋ ਕਰਨਗੇ। ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ, ਇਹਨਾਂ ਕੋਲ ਇਲੈਕਟ੍ਰੋਨਸ ਸਿੰਗਲ ਬਹੁਤ ਆ ਜਾਂਦੇ ਆ। 5 ਤਾਂ ਇੱਥੇ ਆ ਗਏ, 6 7 8 9 10, ਜਿਸ ਵਜ੍ਹਾ ਦੇ ਨਾਲ ਕਦੇ ਇਹ 1 ਇਲੈਕਟ੍ਰੋਨ ਐਕਸਾਈਟ ਕਰ ਲੈਂਦੇ, ਕਦੇ 2 ਕਰ ਲੈਂਦੇ, ਕਦੇ ਕਿਤੇ। ਇਹਨੂੰ ਕਹਿੰਦੇ ਵੇਰੀਏਬਲ ਆਕਸੀਡੇਸ਼ਨ ਸਟੇਟ, ਬੜੀ ਪਾਵਰ ਹੈ ਇਹਨਾਂ ਦੇ ਕੋਲ। ਸੋ ਇਹ ਵੇਰੀਏਬਲ ਆਕਸੀਡੇਸ਼ਨ ਸਟੇਟ ਸ਼ੋ ਕਰਦੇ ਆ। ਉਸ ਤੋਂ ਬਾਅਦ ਰਾਜੇ ਲਾਸਟ ਆ ਗਿਆ ਆਪਣੇ ਕੋਲ ਐਫ ਬਲੌਕ ਐਲੀਮੈਂਟਸ। ਹੁਣ ਐਫ ਬਲੌਕ ਦੇ ਵਿੱਚ ਤੁਹਾਨੂੰ ਪਤਾ ਵੀ ਐਫ ਦੀ ਫਿਲਿੰਗ ਹੋਈ ਆ। ਇਹ ਕਿੱਦਾਂ ਹੋਈ ਆ ਰਾਜੇ? ਇਹਦੇ ਵਾਸਤੇ ਫਿਰ ਆਪਾਂ ਇਹਦਾ ਜਨਰਲ ਕਨਫਿਗਰੇਸ਼ਨ ਕਿੱਦਾਂ ਲਿਖ ਸਕਦੇ ਆ? ਇਹ ਡੀ ਤੱਕ ਸਮਝ ਆ ਗਿਆ ਨਾ ਸਾਰਾ। ਹੁਣ ਐਫ ਦਾ ਵੀ ਦੇਖ ਲਓ। ਐਫ ਵਾਲੇ ਮੈਂਬਰ ਪਹਿਲਾਂ ਤਾਂ ਯਾਦ ਰੱਖਿਓ ਵੀ ਇੱਥੋਂ ਹੀ ਆਏ ਹੋਏ ਆ, ਕੋਈ ਅਲੱਗ ਮੈਂਬਰਸ ਨਹੀਂ ਹੈਗੇ। ਇੱਥੋਂ ਅਸੀਂ ਲੈ ਕੇ ਆਏ, ਦੇਖੋ 56 ਸੀਗਾ, ਫਿਰ ਅਸੀਂ 57 ਸਿੱਧਾ 72 ਤੇ ਜੰਪ ਕਰ ਲਿਆ। 57 ਤੋਂ ਲੈ ਕੇ 71 ਤੱਕ ਅਸੀਂ ਐਲੀਮੈਂਟ ਬਾਹਰ ਕੱਢਿਆ, ਪਰ ਆਹ 2 ਅਸੀਂ ਗਿਣਨੇ ਨਹੀਂ ਹੈਗੇ। ਆਹ 2 ਦੀ ਜਗ੍ਹਾ ਇੱਥੇ ਹੀ ਰਹਿਣੀ ਹੈ। ਸਿਰਫ ਲਾਈਨ ਸ਼ੁਰੂ ਕਰਨ ਲਈ ਇਹਨਾਂ ਨੂੰ ਯੂਜ਼ ਕੀਤਾ ਗਿਆ, ਕਿਉਂਕਿ ਇਹਦਾ ਨਾਮ ਲੈਂਥੇਨਾਈਟ ਸੀਰੀਜ਼ ਆ, ਇਹਦਾ ਨਾਮ ਐਕਟੀਨਾਈਟ ਸੀਰੀਜ਼ ਆ। ਇਹ ਲੈਂਥੇਨਮ ਤੋਂ ਸਟਾਰਟ ਕਰਤੀ, ਇਹ ਐਕਟੀਨੀਅਮ ਤੋਂ ਸਟਾਰਟ ਕਰਤੀ। ਇਹ ਦੋਨੋਂ ਪਰ ਐਫ ਬਲੌਕ ਦੇ ਐਲੀਮੈਂਟ ਨਹੀਂ, ਅਸਲ 'ਚ ਸੀਰੀਅਮ ਤੇ ਥੋਰੀਅਮ ਇੱਥੋਂ ਸਟਾਰਟ ਹੋਏਗੀ ਲਾਈਨ। ਇਹ 2 ਦੀ ਜਗ੍ਹਾ ਇੱਥੇ ਹੀ ਰਹੇਗੀ, ਲੇਕਿਨ ਲਾਈਨ ਨੂੰ ਰਿਪਰੈਜ਼ੈਂਟ ਕਰਨ ਲਈ ਇਹਨਾਂ ਨੂੰ ਵਿੱਚ ਐਡ ਕੀਤਾ ਗਿਆ ਆ। ਇਹਨਾਂ ਨੂੰ ਬੋਲਦੇ ਆ ਲੈਂਥੇਨੋਇਡ ਸੀਰੀਜ਼ ਐਂਡ ਸੈਕੰਡ ਸੀਰੀਜ਼ ਇਜ਼ ਐਕਟੀਨੋਇਡ ਸੀਰੀਜ਼। ਦੂਸਰਾ ਇਹਨਾਂ ਦਾ ਨਾਮ ਹੈ ਇਨਰ ਟ੍ਰਾਂਜੀਸ਼ਨ ਐਲੀਮੈਂਟਸ। ਇਹ ਟ੍ਰਾਂਜੀਸ਼ਨ, ਇਹ ਇਨਰ, ਇਹ ਉੱਤੋਂ ਵੀ ਅੰਦਰੋਂ ਕੱਢੇ ਹੋਏ ਆਪਾਂ, ਇਸ ਲਈ ਇਹਨਾਂ ਦਾ ਨਾਮ ਨਿਕਲੇ ਟ੍ਰਾਂਜੀਸ਼ਨ ਚੋਂ ਹੀ ਹੈ, ਇਨਰ ਟ੍ਰਾਂਜੀਸ਼ਨ ਐਲੀਮੈਂਟਸ। ਹੁਣ ਜਨਰਲ ਕਨਫਿਗਰੇਸ਼ਨ ਹੈ ਜੀ ਆਪਣਾ। ਹੁਣ ਐਫ ਬਲੌਕ ਦਾ ਦੇਖ ਲਈਏ। ਐਫ ਬਲੌਕ ਦਾ ਜਦੋਂ ਅਸੀਂ ਜਨਰਲ ਕਨਫਿਗਰੇਸ਼ਨ ਸ਼ੋ ਕਰਨਾ ਆ, ਉਹਦੇ ਵਿੱਚ ਅਸੀਂ NS ਪਹਿਲਾਂ S ਭਰਾਂਗੇ, ਉਹ 'ਚ 2 ਆ ਜਾਣਗੇ, ਫਿਰ N ਦੀ D ਪਈ ਹੋਊਗੀ, ਉਹ ਤੋਂ ਬਾਅਦ F ਦੀ ਵਾਰੀ ਹੁੰਦੀ ਹੈ ਐਕਚੁਅਲੀ। N ਦੀ F ਭਰਾਂਗੇ, ਉਹਦੇ 'ਚ ਆਪਾਂ 1 ਤੋਂ 14 ਤੱਕ ਫਿਲ ਕਰਾਂਗੇ। ਜੇ ਬਚਿਆ ਫਿਰ D 'ਚ ਕਈ ਵਾਰੀ ਚਲਾ ਜਾਂਦਾ, ਕਦੇ 0, ਕਦੇ 0 ਤੋਂ ਲਗਭਗ ਕਈ ਵਾਰੀ 1 ਜਾਂ 2 ਇਲੈਕਟ੍ਰੋਨ ਇੱਧਰ ਵੀ ਆ ਜਾਂਦੇ ਖਿਸਕ ਕੇ, ਲੇਕਿਨ ਅਸਲ ਦੇ ਵਿੱਚ F ਦੀ ਫਿਲਿੰਗ ਹੀ ਚੱਲਦੀ ਰਹੂਗੀ, ਇਸ ਲਈ ਇਹਨੂੰ F ਬਲੌਕ ਕਹਿੰਦੇ ਆ। ਹੁਣ ਤੁਸੀਂ ਸੋਚੋਗੇ ਕਿੱਦਾਂ? ਹੁਣ ਮੈਂ 6ਵੇਂ 'ਚੋਂ ਇਹਨੂੰ F ਨੂੰ ਭਰਨਾ ਆ, ਇਸ ਲਈ ਮੈਂ 6th S ਲੈਣੀ ਆ। ਅਗਰ 6 ਦੀ S 'ਚ 2 ਚਲੇ ਗਏ, 6 ਦੀ ਫਿਰ F ਜਿਹੜੀ ਹੈ ਚੌਥੇ ਦੀ ਆਣੀ, 2 ਬਾਅਦ ਆਣੀ ਨਾ। 4F ਦੇ ਵਿੱਚ ਤੁਸੀਂ ਕਿੰਨੇ ਭਰੋਗੇ? 1 ਤੋਂ 14। 5 ਦੀ D ਵੀ ਇਹਦੇ ਨਾਲ ਪਈ ਹੁੰਦੀ, ਕਿਤੇ ਕਿਤੇ ਉਹਦੇ 'ਚ 0 ਜਾਂ ਕਿਤੇ ਕਿਤੇ 1 ਇਲੈਕਟ੍ਰੋਨ ਇੱਧਰੋਂ ਸ਼ਿਫਟ ਕਰਕੇ ਆ ਜਾਂਦਾ, ਇਸ ਲਈ ਆਪਾਂ ਇੱਥੇ ਸ਼ੋ ਕਰ ਦਿੰਦੇ ਆ ਵੀ 0 ਤੋਂ 2 ਤੱਕ ਉਹ 'ਚ ਵੀ ਹੋ ਸਕਦੇ ਆ, ਲੇਕਿਨ ਐਕਚੁਅਲ ਦੇ ਵਿੱਚ ਆਪਾਂ ਸਿਰਫ F ਦੇ ਲੈਣੇ ਹੁੰਦੇ ਆ।
F की फिलिंग चलेगी 1 तो लैके 14, वो आ मैंबर सारे बाहर आ गए, इतने 14 फिल हो जाएंगे, इतने तो F ब्लॉक जो खत्म हो जाता। सो पहली लाइन जी लेंथेनाइट सीरीज़, दूजी लाइन कादी आ गई एक्टिनाइट सीरीज़। इन्हों के गुण जोड़े है बिल्कुल सेम रहेंगे, ये भी वेरीएबल ऑक्सीडेशन स्टेट शो करेंगे, कलर्ड कंपाउंड्स बनाएंगे, इस रेडियो एक्टिव ज़्यादा होंगे। इतने देखो यूरेनियम आ गया, यूरेनियम एक रेडियो एक्टिव एलीमेंट आ पिया यूरेनियम, इस तो बाद वाले जिन्ने भी एलीमेंट है उन्होंने ट्रांस यूरेनियम एलीमेंट्स का नाम देने, और ये सारे रेडियो एक्टिव एलीमेंट्स है जो आप एफ च शो कर रहे हैं। हैवी होंगे आ, देखो एटॉमिक नंबर कितना है, मास नंबर कितना हैवी है, तो इस करके मेल्टिंग पॉइंट बॉडी पॉइंट भी इन्होंने हाई रहेंगे। सो ये जी अपने को एफ ब्लॉक आ गई, और एफ ब्लॉक के ध्यान रखना तुम रजे भी जे 6वें च एफ स्टार्ट होनी तो 4 एफ भरूगी, 7वें के 5 एफ भरूगी, बाकी डी तो चलो जिदा आप भर ही रहे ऑलरेडी भरती है। सो ये गुण रजे आ गए एफ ब्लॉक एलीमेंट्स से। मेरे हिसाब के नाल ये वाला पूरा टॉपिक अज रजे क्लीयर हो गया होना, कोई क्वालिटी रहेगी तो मैं देख लैनी है। बाकी ये सारे मैंबरस कंपलैक्स अच्छे बना लेंगे आ, इनू ट्रांजिशन एलीमेंट कहते हैं, ये इनर ट्रांजिशन एलीमेंट्स हो गए। एस ते पी का इकट्ठा नाम भी है रिप्रजेंटेटिव एलीमेंट्स। कली पहली लाइन का नाम है अल्कली मैटल, दूजी अल्के लाइन अर्थ मैटल, दोनों लाइना एस ब्लॉक। इधरों 16वां ग्रुप चैल्कोजन फैमिली कहते हैं, 17वें नूं हैलोजन फैमिली या नोबल गैसेस। एस ते पी नूं इकट्ठे स्टडी किया जाता है, इसलिए इन्होंने बोलते हैं रिप्रजेंटेटिव एलीमेंट्स। ये हो गए ट्रांजिशन एलीमेंट्स, ये हो गए इनर ट्रांजिशन एलीमेंट्स। सो क्लीयर। हुण आपां मैं अगला क्वेश्चन तुहानूं दे दिंदी हाँ कि क्लासीफिकेशन ऑफ एलीमेंट्स इनटू टाइप्स बनाओ, किन्ने टाइप के एलीमेंट नज़र आए। सो फस्ट मैं एक केस बनाया जिथे जी कैटेगरी बुक च कीतियां आ। फस्ट इज़ नोबल गैसेस। सो पहली कैटेगरी होएगी नोबल गैसेस जिहड़ियां कि स्टेबल होणगियां, जिन्हां दा ऑक्टेट की है कंप्लीट होएगा। सैकेंड जी मैं बनाए रिप्रजेंटेटिव एलीमेंट्स, उहदे च एस ते पी दोनों ऐड होणगे, उन्होंने बोलेंगे रिप्रजेंटेटिव एलीमेंट्स। थर्ड कैटेगरी बनूगी ट्रांजिशन एलीमेंट्स, और फोर्थ बनेगी इनर ट्रांजिशन एलीमेंट्स। सो ये आप 4 कैटेगरीज के इन्होंने डिवाइड कर सकते हैं। फिर लास्ट के आपको ये भी आ जाता कि मैटल्स किधर है, नॉन मैटल्स किधर है, वो भी असी डिवाइड कर लिया कि मोरे मैटल्स पिछे की है, नॉन मैटल्स है, बाकी मैटलॉइड्स है। और लास्ट च क्वेश्चन आप ये करना कि लॉन्ग फॉर्म ऑफ पीरियोडिक टेबल के फायदे की हुए, आ कुछ बना के देखो, ये कुछ बना के बहुत प्रॉब्लम सॉल्व हो गई, पीरियड में पढ़ना सौखा हो गया, अपने को एटॉमिक नंबर क्वालिटी लभ गई जिहदे बेस से आप इलैक्ट्रॉनिक कॉन्फिगरेशन लिख सकते हैं, इलैक्ट्रॉन्स की गिनती कर सकते हैं, जो मैंडलीव दी कमियां सी इस टेबल ने दूर कर दित्तियां, स्टडी सौखी हो गई, ब्लॉक्स के विच टेबल डिवाइड हो गया, आ चीज़ एफ अलग निकल आई, डी अलग निकल आई, एस ते पी अलग हो गए, ये टेबल जो बहुत ईजी हो गया और पढ़ना जोड़ा सानू सौखा हो गया। जो कमियां मैंडलीव दियां सी, कुछ मास गलत करते सी उन्हें, क्योंकि उन्हें आधार एटॉमिक मास नूं मन्निया सी, पर हुण असीं आधार एटॉमिक नंबर नूं लैके बनाया टेबल, वो सही बनया है, क्योंकि सारे गुण एटॉमिक नंबर के हिसाब से आप इलैक्ट्रॉनिक कॉन्फिगरेशन लिखते हैं, उहदे ते डिपेंड करते हैं। हुण आप कॉन्फिगरेशन के हिसाब से ही तो उन्होंने ब्लॉक्स च वंडता, अगर कॉन्फिगरेशन ना पता हो फिर की पता लगू कि प्रॉपर्टी कि मैच कर रही है। हुण सानू क्लीयर हो गया कि किस ढंग के प्रॉपर्टी जिहड़ियां मैच करती हैं। सो हुण एक कारण तुहानू पता होना चाहिए कि पीरियोडिक टेबल दे विच आ प्रॉपर्टीज रिपीट होकर एलीमेंट्स एक दूजे के नीचे क्यों आ रहे हैं, क्योंकि इन्हां दा कॉन्फिगरेशन सेम है, किहड़ा वैलेंस शेल बाहर वाले चक्कर का। ठीक है जी। हुण जे आपां डिफैक्ट देखिए टेबल के, सानू डिफैक्ट उदा कोई नहीं इहदे च लभा। डिफैक्ट यही कह सकते हैं, कई बार हाइड्रोजन की पोजीशन जी है थोड़ी जी कन्फ्यूजिंग हो जाती है, क्योंकि मैं तुहानू पहला भी दस्या सी हाइड्रोजन 2 ग्रुप्स नाल मैच करती है, एक फस्ट ग्रुप नाल, एक 17वें नाल। हुण तुहानू क्योंकि 17वें वाले के बाहर 7-7 इलैक्ट्रॉन है, सिर्फ एक चाहिए। हाइड्रोजन भी जो देखा जाए ये बाहर एक है, इनू भी पूरे करने एक होर चाहिए, 2 नाल भी पूरी हो सकती है, जां एक छड्ड देवे जां इनू एक होर मिल जाए तो ये 2 काम कर सकती है। सो पहले ग्रुप के मैंबरां के हिसाब से एक इलैक्ट्रॉन छोड़ सकती है, 17वें के हिसाब से एक इलैक्ट्रॉन लै भी सकती है 2 पूरे करने, क्योंकि पहले चक्कर च 2 ही पूरे होने हैं, 2 तो बाद आप भर नहीं सकते। इस करके थोड़ी हाइड्रोजन की पोजीशन जी क्लीयर ना होने करके आप एक डिफैक्ट कह सकते हैं। दूजा ये कह सकते हैं भी इन्होंने टेबल चों बाहर कढ़ लिया गया, अगर विच ही इन्होंने जगह मिल जाती तो ज़्यादा बैटर सी, पर यह कि जे अगर विच मिल जाती तो पूरा टेबल जो डिस्टर्ब हो जाना सी, डी ब्लॉक जो होर खुल जाना सीगा, इस वजह नाल ये सही होया कि अलग रखे गया। ठीक है। सो कोई मेन डिफैक्ट इच नहीं है। हुण आपां कल जिहड़े इस इहदे न्यूमेरिकल्स करांगे, सो प्लीज़ अज टेबल में अच्छी तरह स्टडी कर लियो, पर मैनूं रिस्पॉन्स जरूर दे दिओ, नहीं तो फिर मैं अगे नहीं वीडियो बनानी जे तुसीं काम करोगे और पूरा मैनूं दसोगे कि असीं ये वीडियो देख के समझ आ गई है। ओके राजे, ऑल द बेस्ट।